ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਆਪਾਂ ਜਿਵੇਂ ਕਿ ਟੌਪਿਕ ਕਰ ਰਹੇ ਸੀ ਹਿਸਟਰੀ ਦਾ, ਉਹਦੇ 'ਚੋਂ ਯੂਰੋਪੀਅਨ ਸੀ ਆਪਣੇ ਕਿਵੇਂ ਆਉਂਦੇ ਆ, ਕੀ ਉਹਨਾਂ ਦੀ ਗੱਲਬਾਤ ਰਹਿੰਦੀ ਆ। ਅਤੇ ਇਹਦੇ 'ਚ ਵੀ ਆਪਾਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਤੁਹਾਡੇ ਨਾਲ ਡਿਸਕਸ ਕੀਤਾ ਵੀ ਜਿਹੜੇ ਪੁਰਤਗੀਜ਼ ਸੀਗੇ ਉਹਨਾਂ ਦੇ ਵਿੱਚੋਂ ਕੌਣ ਕੌਣ ਆਇਆ, ਕੀ ਉਹ ਸਿਸਟਮ ਲੈ ਕੇ ਆਏ ਸੀ, ਅਤੇ ਉਹਨਾਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਵਾਸਕੋ ਡੀ ਗਾਮਾ ਗਵਰਨਰ ਆਏ ਸੀ ਅਤੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕੀਤੀ ਆ। ਉਹਨਾਂ ਦੇ ਵਿੱਚੋਂ ਅੱਜ ਆਪਾਂ ਪੁਰਤਗਾਲੀਆਂ ਨੂੰ ਬਿਲਕੁਲ ਖ਼ਤਮ ਕਰ ਦੇਣਾ। ਜਿਹੜਾ ਟੌਪਿਕ ਹੈ ਇਹ ਪੂਰਾ ਪੁਰਤਗਾਲੀਜ਼ ਦਾ, ਇਹਨਾਂ ਦਾ ਡਿਕਲਾਈਨ ਕਿਵੇਂ ਹੋਇਆ, ਇਹਨਾਂ ਦਾ ਕੀ ਸਿਸਟਮ ਸੀਗਾ, ਕਿਉਂ ਇਹਨਾਂ ਦਾ ਦਮਨ ਹੋ ਚੱਲਿਆ ਸੀ, ਅਤੇ ਇਹਨਾਂ ਦਾ ਕਿ ਜਿਹੜਾ ਵੀ ਕੁਝ ਰਿਹਾ ਇਹਨਾਂ ਦੇ ਬਾਰੇ ਪ੍ਰੋਪਰ ਆਪਾਂ ਅੱਜ ਖ਼ਤਮ ਕਰਨਾ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਔਰ ਜਿਨ੍ਹਾਂ ਨੇ ਹਜੇ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਇਹਦਾ ਜਿਹੜੀ ਪਹਿਲਾਂ ਵਾਲੀ ਕਲਾਸ ਆ ਨਾ ਉਹਨੂੰ ਤੁਸੀਂ ਜ਼ਰੂਰ ਦੇਖ ਲਿਓ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕੀਤਾ ਜਾਊਗਾ। ਚਲੋ ਅੱਜ ਆਪਾਂ ਬਿਨਾਂ ਕਿਸੇ ਦੇਰੀ ਤੋਂ ਹੁਣ ਆਪਣੀ ਕਲਾਸ ਆ ਜਿਹੜੀ ਸਟਾਰਟ ਕਰਦੇ ਹਾਂ। ਦੇਖੋ ਈਵਨ ਤੁਹਾਡਾ ਕੋਈ ਵੀ ਐਗਜ਼ਾਮ ਆ, PPSC ਆ, UPSC ਆ ਜਾਂ ਫਿਰ SSC ਆ, ਜਿੱਥੇ ਹਿਸਟਰੀ ਆ ਗਈ ਉਹਦੇ 'ਚ ਤੁਹਾਨੂੰ ਇਹ ਟੌਪਿਕ ਕਰਨੇ ਪੈਣੇ ਆ। ਤਾਂ ਅੱਜ ਦੇ ਬਾਰੇ ਤਾਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਸੀ। ਬਾਕੀ ਬੱਚੇ ਆ ਦੇਖੋ, ਕੱਲ੍ਹ ਮੈਂ ਤੁਹਾਨੂੰ ਦੱਸਣਾ ਰਹਿ ਗਿਆ ਸੀਗਾ। ਤਾਂ ਇੱਥੋਂ ਆਪਾਂ ਕਿਹਾ ਸੀ ਵੀ ਉੱਥੋਂ ਜਿਹੜੇ ਬੰਦੇ ਚੱਲੇ ਸੀਗੇ ਤਾਂ ਉਹ ਆਏ ਸੀ ਇੱਥੇ ਕੇਪ ਆਫ ਗੁੱਡ ਹੋਪ, ਪਰ ਇਹਨਾਂ ਦੇ ਵਿੱਚੋਂ ਇੱਕ ਇੱਧਰ ਦੀ ਵੀ ਆਇਆ ਸੀਗਾ ਜਿਹਨੇ ਬ੍ਰਾਜ਼ੀਲ ਦੀ ਖੋਜ ਕਰੀ ਸੀ। ਤਾਂ ਇਹ ਮੈਂ ਤੁਹਾਨੂੰ ਕੱਲ੍ਹ ਵੈਸੇ ਦੱਸਿਆ ਸੀਗਾ। ਅਤੇ ਵਿਬੰਧਨ ਦੇ ਵਿੱਚੋਂ ਬ੍ਰਾਜ਼ੀਲ ਦੀ ਖੋਜ ਕਿਹਨੇ ਕਰੀ ਸੀਗੀ, ਉਹ ਸੀਗਾ ਆਪਣਾ ਕੈਬਰੀਅਲ। ਦੂਸਰਾ ਪੁਰਤਗਾਲੀ ਸੀਗਾ, ਇਹ ਭਾਰਤ ਆਇਆ ਸੀ ਵਾਸਕੋ ਡੀ ਗਾਮਾ ਤੋਂ ਬਾਅਦ। ਓਕੇ, ਇਹ ਆਇਆ ਸੀ ਕੈਲੀਕਟ ਫੈਕਟਰੀ ਬਣਾਈ ਸੀ ਇਹਨੇ ਆ ਕੇ। 13 ਜਹਾਜ਼ਾਂ ਦੇ ਬੇੜੇ ਵੀ ਇਹ ਨਾਲ ਲੈ ਕੇ ਆਇਆ ਸੀ। ਇਹਨੇ ਸੰਧੀ ਕੋਚੀਨ ਅਤੇ ਕੈਨਾਨੌਰ ਦੀ ਸੰਧੀਆਂ ਇਹਨੇ ਹੀ ਕੀਤੀਆਂ ਸੀ ਔਰ ਇਹਨੇ ਬ੍ਰਾਜ਼ੀਲ ਦੀ ਖੋਜ ਕਰੀ ਸੀ ਰਸਤੇ ਦੇ ਵਿੱਚ। ਤਾਂ ਕਰਕੇ ਆ ਜਿਹੜਾ ਰੈੱਡ ਸਾਈਨ ਦੇਖ ਰਹੇ ਹੋ ਤੁਸੀਂ, ਇੱਧਰ ਦੀ ਆ ਕੇ ਆ ਬ੍ਰਾਜ਼ੀਲ ਵਾਲੀ ਸਾਈਡ ਤੋਂ ਆ ਕੇ ਫਿਰ ਇੱਧਰ ਦੈਨ ਇੰਡੀਆ ਵੱਲ ਨੂੰ ਆ ਰਿਹਾ ਇਹ। ਓਕੇ, ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਆਪਾਂ ਬ੍ਰਾਜ਼ੀਲ ਦੇ ਬਾਰੇ ਅੱਗੇ ਪੁਆਇੰਟ ਦੇਖਣੇ ਆ, ਤਾਂ ਕਰਕੇ ਇਹ ਇੰਪੋਰਟੈਂਟ ਬਣ ਜਾਂਦਾ ਤੁਹਾਡੇ ਲਈ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖੋ। ਤਾਂ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਵੀ ਤੁਸੀਂ ਕਿਹੜੇ ਕਿਹੜੇ ਯੂਰੋਪੀ ਆਏ ਸੀ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ ਤੁਸੀਂ ਕੀ ਕਰਨਾ ਸੀਗਾ। ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਯਾਦ ਰੱਖਣਾ PDE ਅਤੇ DF, ਪੁਰਤਗਾਲੀ, ਦੈਨ ਡੱਚ, ਦੈਨ ਇੰਗਲਿਸ਼ ਯਾਨੀ ਕਿ ਬ੍ਰਿਟਿਸ਼ ਲੋਕ, ਫਿਰ ਡੈਨਿਸ ਔਰ ਲਾਸਟਲੇ ਫਰਾਂਸੀਸੀ। ਤਾਂ ਆਹ ਯੂਰੋਪੀ ਸੀਗੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਆਏ ਸੀਗੇ। ਇਹਨਾਂ ਦੇ ਬਾਰੇ ਬਾਕੀਆਂ ਦੇ ਬਾਰੇ ਆਪਾਂ ਗੱਲਬਾਤ ਕਰ ਲਈ। ਅੱਜ ਆਪਣਾ ਜਿੱਥੋਂ ਆਪਾਂ ਸਟਾਰਟ ਕਰਨਾ ਤਾਂ ਉਹ ਆਪਣਾ ਟੌਪਿਕ ਸਟਾਰਟ ਕਰਦੇ ਹਾਂ ਬੱਚੇ। ਆ ਦੇਖੋ, ਆ ਬਾਕੀ ਚੀਜ਼ਾਂ ਆਪਣੀਆਂ ਸਾਰੀਆਂ ਆਲਰੇਡੀ ਹੋ ਚੁੱਕੀਆਂ ਨੇ। ਅਤੇ ਆਹ ਕੰਟਰੀਬਿਊਸ਼ਨ ਵਾਲਾ ਆਪਾਂ ਦੁਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸੂਗਾ। ਇਹ ਤਾਂ ਜਿੰਨਾ ਕਿ ਇੱਥੇ ਟਾਈਪ ਹੋ ਗਿਆ ਸੀਗਾ ਉਨਾ ਕਾ ਬੱਚੇ। ਇਹ ਤੋਂ ਪਹਿਲਾਂ ਇੱਕ ਦੇਖੋ ਇਹਨਾਂ ਨੇ ਸਿਸਟਮ ਸ਼ੁਰੂ ਕਰਿਆ ਸੀ। ਮੈਂ ਵੈਸੇ ਕੱਲ੍ਹ ਤੁਹਾਨੂੰ ਥੋੜ੍ਹਾ ਬਹੁਤਾ ਇਹਦੇ ਬਾਰੇ ਦੱਸਿਆ ਸੀਗਾ ਬਟ ਇੰਨਾ ਨਹੀਂ ਕਰਾਇਆ ਸੀ ਤੁਹਾਨੂੰ ਮੈਂ। ਕਾਰਟੇਜ਼ ਲਮੀਡਾ ਜਾਂ ਕਫਾਈਲ ਸਿਸਟਮ। ਤਾਂ ਆਹ ਇਹਨਾਂ ਨੇ ਇੱਕ ਸਿਸਟਮ ਚਲਾਇਆ ਸੀਗਾ, ਕਿਹਨਾਂ ਨੇ, ਪੁਰਤਗਾਲੀਆਂ ਨੇ। ਦੇਖੋ ਕਈ ਵਾਰ ਤਾਂ ਇਹ ਆ ਜਾਂਦਾ ਵੀ ਆਹ ਸਿਸਟਮ ਦਾ ਨਾਮ ਦੇ ਕੇ ਤੁਹਾਨੂੰ ਪੁੱਛ ਸਕਦੇ ਆ ਵੀ ਕਿਹੜੇ ਯੂਰੋਪੀਅਨ ਸੀ ਜਿਨ੍ਹਾਂ ਨੇ ਇਹ ਵਾਲਾ ਸਿਸਟਮ ਆ ਉਹ ਸਟਾਰਟ ਕੀਤਾ। ਦੈਨ ਤੁਸੀਂ ਆਨਸਰ ਕੀ ਕਰਨਾ, ਇਹਦਾ ਤੁਸੀਂ ਆਨਸਰ ਕਰੋਗੇ ਪੁਰਤਗਾਲੀ। ਪਰ ਆਪਾਂ PPSC UPSC ਐਗਜ਼ਾਮ ਦੇ ਵਿੱਚ ਅਪੀਅਰ ਹੋ ਰਹੇ ਹਾਂ, ਦੈਨ ਸਾਨੂੰ ਇੰਨਾ ਈਜ਼ੀ ਨਹੀਂ ਆਊਗਾ। ਤਾਂ ਇਹਦੀ ਸਟੇਟਮੈਂਟ ਬਣਾਈ ਜਾ ਸਕਦੀ ਆ ਅਤੇ ਇਹਦੇ 'ਚੋਂ ਤੁਹਾਨੂੰ 4 ਸਟੇਟਮੈਂਟ ਦੇ ਕੇ ਪੁੱਛ ਸਕਦੇ ਆ ਵੀ ਇਹਨਾਂ ਦੇ ਵਿੱਚੋਂ ਇਹ ਸਿਸਟਮ ਦੇ ਨਾਲ ਕਿਹੜਾ ਸਹੀ ਆ ਜਾਂ ਇਹਦੇ ਬਾਰੇ ਇਨਕਰੈਕਟ ਕਿਹੜਾ ਗਾ। ਤਾਂ ਦੇਖੋ ਇਹਦੇ ਬਾਰੇ 2-4 ਪੁਆਇੰਟ ਨੇ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਤੁਹਾਡਾ ਇਹ ਵੀ ਕਲੀਅਰ ਹੋ ਜਾਊਗਾ। ਅਤੇ ਇੱਥੇ ਮੈਂ ਲਿਖਦਾ ਅਰਬ ਸਾਗਰ। ਓਕੇ, ਹੁਣ ਅਰਬ ਸਾਗਰ ਬਾਰੇ ਤੁਹਾਨੂੰ ਸਭ ਨੂੰ ਪਤਾ, ਇੰਡੀਆ ਦਾ ਮੈਪ ਆਪਣਾ ਨੀਚੇ ਤੋਂ ਐਸ ਰੋਡ ਜਿਹਾ ਆ, ਇੱਧਰਲੇ ਪਾਸੇ ਲੈਫਟ ਸਾਈਡ 'ਤੇ ਜਾਣੀ ਕਿ ਦੁਬਈ ਅਤੇ ਅਫਰੀਕਾ ਕੰਟੀਨੈਂਟ, ਇੱਧਰਲੀ ਸਾਈਡ 'ਤੇ ਅਰਬ ਸਾਗਰ ਆ ਔਰ ਇੱਧਰਲੇ ਪਾਸੇ ਆਪਣੇ BOB ਜਾਣੀ ਕਿ ਬੇ ਆਫ ਬੰਗਾਲ ਆ। ਤਾਂ ਹੁਣ ਆਪਾਂ ਅਰਬ ਸਾਗਰ ਦੀ ਗੱਲ ਕਰ ਰਹੇ ਹਾਂ। ਆਪਣੇ ਇੰਡੀਆ ਦਾ ਮੈਪ ਜੇ ਆਪਾਂ ਫਰੰਟ 'ਤੇ ਰੱਖੀਏ ਤਾਂ ਉਹਦੇ ਲੈਫਟ ਵਾਲੀ ਸਾਈਡ 'ਤੇ ਜਿੱਧਰ ਆਪਣੇ ਮਹਾਰਾਸ਼ਟਰ ਸਾਈਡ ਆ ਨਾ, ਕੇਰਲਾ ਗਾ, ਉਹ ਸਾਈਡ ਦੀ ਗੱਲ ਕਰ ਰਹੇ ਹਾਂ। ਤਾਂ ਇੱਧਰੋਂ ਅਰਬ ਸਾਗਰ ਦੇ ਉੱਤੇ ਕਬਜ਼ਾ ਕਰ ਲਿਆ ਸੀ ਇਹਨਾਂ ਨੇ। ਠੀਕ ਆ, ਕਬਜ਼ਾ ਕਿਹਨਾਂ ਦਾ ਹੋ ਗਿਆ ਸੀਗਾ, ਪੁਰਤਗਾਲੀਆਂ ਦਾ। ਤਾਂ ਇਹਨਾਂ ਨੇ ਕਿਹਾ ਵੀ ਜਿਹੜਾ ਵੀ ਜਹਾਜ਼ ਇੱਥੋਂ ਦੀ ਲੰਘੂਗਾ, ਠੀਕ ਆ, ਅਤੇ ਮਤਲਬ ਕਿ ਕੋਈ ਵੀ ਸ਼ਿਪ ਇੱਥੋਂ ਦੀ ਲੰਘੂਗੀ, ਦੈਨ ਉਹਦੇ ਉੱਤੋਂ ਕੀ ਕਰਨਾ ਇਹਨਾਂ ਨੇ, ਕੋਈ ਵੀ ਸ਼ਿਪ ਇੱਥੋਂ ਜਾਊਗੀ ਤਾਂ ਚਾਹੇ ਆਉਣ ਵਾਲਾ ਜਹਾਜ਼ ਆ ਚਾਹੇ ਜਾਣ ਵਾਲਾ ਜਹਾਜ਼ ਆ, ਤਾਂ ਉਹਦੇ ਲਈ ਇਹਨਾਂ ਨੂੰ ਕੀ ਕਰਨਾ ਪਊਗਾ, ਆਪਣੇ ਚਾਹੇ ਇੰਡੀਆ ਦਾ ਕੋਈ ਵੀ ਹੈ ਇਵਨ, ਇਹਨਾਂ ਤੋਂ ਲੈਣਾ ਪਊਗਾ ਪਰਮਿਟ ਦੀ ਜ਼ਰੂਰਤ ਹੋਊਗੀ। ਓਕੇ, ਤਾਂ ਇਹਨੂੰ ਕਹਿੰਦੇ ਸੀ ਇਹ ਕਾਰਟੇਜ਼ ਅਲਮੀੜਾ। ਜਿਹੜਾ ਇੰਨਾ ਸ਼ਬਦ ਇਹ ਤਾਂ ਤੁਹਾਨੂੰ ਹੋ ਗਿਆ ਕਲੀਅਰ ਵੀ ਇਕੱਲਾ ਪਰਮਿਟ ਲੈਣਾ ਪੈਂਦਾ ਸੀ। ਫਿਰ ਇਹ ਤੋਂ ਬਾਅਦ ਆਉਂਦਾ ਕਫਾਈਲ ਸਿਸਟਮ ਕੀ ਆ। ਦੇਖੋ ਜਦੋਂ ਇਹਨਾਂ ਤੋਂ ਪਰਮਿਟ ਮਿਲ ਗਿਆ ਦੈਨ ਇਹ ਕੀ ਕਰਦੇ ਸੀ, ਆਪਣੇ ਜਹਾਜ਼ਾਂ ਦੇ ਨਾਲ ਉਹਨੂੰ ਕੀ ਕਰਦੇ ਸੀ, ਪ੍ਰੋਟੈਕਸ਼ਨ ਦਿੰਦੇ ਸੀ, ਆਪਣੀਆਂ ਸ਼ਿਪਸ ਦੇ ਨਾਲ ਪ੍ਰੋਟੈਕਸ਼ਨ ਦਿੰਦੇ ਸੀਗੇ। ਤਾਂ ਕਰਕੇ ਉਹਨੂੰ ਕਹਿੰਦੇ ਸੀ ਕਫਾਈਲ ਸਿਸਟਮ। ਹੁਣ ਦੇਖੋ ਤੁਹਾਨੂੰ ਜੇ ਕਾਰਟੇਜ਼ ਅਲਮੀੜਾ ਆ ਜੇ ਤਾਂ ਤੁਸੀਂ ਕਹੋਗੇ ਵੀ ਇਹਦਾ ਮਤਲਬ ਸੀ ਪੁਰਤਗਾਲੀਆਂ ਦੇ ਉੱਤੋਂ ਅਰਬ ਸਾਗਰ ਦੇ ਵਿੱਚ ਆਉਣ ਜਾਣ ਦੇ ਲਈ ਪਰਮਿਟ ਲੈਣਾ ਪੈਂਦਾ। ਅਗਰ ਆ ਜੇ ਕਫਾਈਲ ਸਿਸਟਮ ਕੀ ਆ, ਤਾਂ ਜਦੋਂ ਪਰਮਿਟ ਉਹਨਾਂ ਦੇ ਕੋਲੋਂ ਲੈ ਲਿਆ
ਤਾਂ ਦੈਨ ਇਹ ਆਪਣੇ ਜਹਾਜ਼ਾਂ ਦੇ ਨਾਲ, ਆਪਣੀ ਸ਼ਿਪਸ ਦੇ ਨਾਲ ਜਿਹਨੇ ਪਰਮਿਟ ਲਿਆ ਉਹਨੂੰ ਕੀ ਕਰਦੇ ਸੀ, ਪ੍ਰੋਟੈਕਟ ਕਰਦੇ ਸੀ। ਉੱਥੋਂ ਦੀ ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਸੀ ਵੀ ਉਹਨਾਂ ਨੂੰ ਇਹ ਸੇਫਲੀ ਲੰਘਾ ਦੇਣ। ਤਾਂ ਇਹ ਸੀਗਾ ਕਾਰਟੇਜ ਅਲਮੀੜਾ ਕਫਾਇਲ ਸਿਸਟਮ। ਓਕੇ, ਈਵਨ ਆਪਣੇ ਅਕਬਰ ਸੀਗੇ ਜਿਹੜੇ, ਉਹਨਾਂ ਨੂੰ ਵੀ ਇਹਨਾਂ ਤੋਂ ਪਰਮਿਟ ਲੈਣਾ ਪੈਂਦਾ ਸੀ। ਇੱਥੋਂ ਤੱਕ ਇੰਨਾ ਸਟਰੋਂਗ ਸਿਸਟਮ ਇਹਨਾਂ ਨੇ ਜਿਹੜਾ ਇਹ ਸ਼ੁਰੂ ਕੀਤਾ ਸੀਗਾ। ਇੱਥੋਂ ਤੱਕ ਆਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਹਨੂੰ ਤੁਸੀਂ ਨੋਟ ਕਰ ਲਓ, ਸਕਰੀਨਸ਼ਾਟ ਕਰਨਾ ਉਹ ਕਰ ਲਓ, ਨਹੀਂ ਆਪਣਾ ਕਾਪੀ ਪੈਨ ਤੁਸੀਂ ਬੱਚੇ ਨਾਲ ਲੈ ਕੇ ਬੈਠਿਆ ਕਰੋ ਤਾਂ ਕੋਈ ਵੀ ਪੁਆਇੰਟ ਆ ਤੁਹਾਡਾ ਉਹ ਨਾ ਰਹੇ। ਹੁਣ ਕੰਟਰੀਬਿਊਸ਼ਨ ਦੀ ਆਪਾਂ ਗੱਲ ਕਰੀ ਸੀ। ਹੁਣ ਇਹਦੇ ਵਿੱਚੋਂ ਦੇਖੋ, ਆਪਾਂ ਜਿਹੜਾ ਤੰਬਾਕੂ ਆ ਇਹ ਵੀ ਪੁਰਤਗਾਲੀ ਲੈ ਕੇ ਆਏ ਨੇ। ਆਪਣੇ ਰੈੱਡ ਚਿੱਲੀ ਆ, ਇਹ ਵੀ ਇੰਪੋਰਟੈਂਟ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਲੈ ਕੇ ਆਏ ਸੀ। ਪਪਾਇਆ, ਗਾਵਾ ਹੋ ਗਿਆ, ਪੀਨਟ, ਮੂੰਗਫਲੀ ਹੋ ਗਈ, ਤਾਂ ਇਹ ਚੀਜ਼ਾਂ ਆਪਣੇ ਇਹੀ ਲੈ ਕੇ ਆਏ ਆ। ਬਾਕੀ ਉਦੋਂ ਕਿਸੇ ਨੂੰ ਵੀ, ਈਵਨ ਯੂਰਪ ਦੇ ਵਿੱਚ ਵੀ ਬਾਕੀ ਦੇਸ਼ਾਂ ਨੂੰ ਹਜੇ ਸੀ ਦੇ ਵਿੱਚ ਰਿਸਰਚ ਕਰਨ ਬਾਰੇ ਜਾਂ ਫਿਰ ਇਹਨਾਂ ਕਿਸ਼ਤੀਆਂ ਬਾਰੇ ਕਿਸੇ ਨੂੰ ਇੰਨੀ ਨੌਲੇਜ ਨਹੀਂ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਸਟਾਰਟ ਕੀਤਾ ਸੀ, ਪੁਰਤਗਾਲੀਆਂ ਨੇ, ਔਰ ਇਹਨਾਂ ਨੇ ਹੀ ਆਪਣੇ ਸ਼ਿਪ ਬਿਲਡਿੰਗ ਸਟਾਰਟ ਕੀਤੀ ਆ। ਸ਼ਿਪ ਬਿਲਡਿੰਗ ਸਟਾਰਟ ਕੀਤੀ ਇੰਡੀਆ ਦੇ ਵਿੱਚ, ਔਰ ਇਹਨਾਂ ਨੇ ਆਪਣੇ ਲਾਈ ਸੀ ਪ੍ਰਿੰਟਿੰਗ ਪ੍ਰੈਸ। ਇਹ ਪੁਆਇੰਟ ਅੱਗੇ ਹੈਗਾ ਵੀ ਆ, ਵੈਸੇ ਹੁਣ ਤੁਸੀਂ ਨੋਟ ਕਰ ਲਓ। ਬਾਕੀ ਦੇਖੋ, ਇਹ ਸਭ ਤੋਂ ਪਹਿਲਾਂ ਆਏ ਸੀ ਆਪਣੇ, ਠੀਕ ਆ, ਸਭ ਤੋਂ ਪਹਿਲਾਂ ਆਏ ਔਰ ਸਭ ਤੋਂ ਲਾਸਟ ਦੇ ਉੱਤੇ ਗਏ ਸੀ। ਆਪਣਾ ਦੇਸ਼ ਆਜ਼ਾਦ ਹੋਣ ਤੋਂ ਬਾਅਦ 1961 ਦੇ ਵਿੱਚ ਇਹ ਗਏ ਨੇ। ਲਾਸਟ 'ਤੇ ਇਹਨਾਂ ਨੇ ਛੱਡਿਆ ਸੀ ਗੋਆ, ਦਮਨ ਦੀਪ। ਓਕੇ, ਅਤੇ ਆਹ ਜਿਹੜਾ ਦਮਨ ਦੀਪ ਇਹ ਤਾਂ ਯੂਟੀ ਬਣ ਗਏ, ਪਰ ਆਹ ਜਿਹੜਾ ਗੋਆ ਸੀ ਇਹ ਆਪਣਾ 1987 ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ, 55ਵੀਂ, ਠੀਕ ਆ, ਇੱਕ ਅਮੈਂਡਮੈਂਟ ਕੀਤੀ ਗਈ। ਇਹਦੇ ਨਾਲ ਇਹਨੂੰ 25ਵਾਂ ਰਾਜ ਬਣਾਤਾ ਸੀ। ਨਾਲੇ ਤਾਂ ਤੁਹਾਨੂੰ ਪੋਲਿਟੀ ਦੀ ਇੱਕ ਅਮੈਂਡਮੈਂਟ ਕਲੀਅਰ ਹੋ ਗਈ, ਨਾਲ ਹੀ ਤੁਹਾਡਾ ਹਿਸਟਰੀ ਦਾ ਟੌਪਿਕ ਕਲੀਅਰ ਹੋ ਗਿਆ। ਤਾਂ ਇਹ ਤੁਹਾਡਾ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਇੱਕ ਤੁਸੀਂ ਦੱਸਣਾ ਵੀ ਇਹਨਾਂ ਨੇ ਇੱਕ ਟਾਊਨ ਬਣਾਇਆ ਸੀ, ਹੁਗਲੀ ਨਾਮ ਦਾ ਇਹਨਾਂ ਦਾ ਇੱਕ ਟਾਊਨ ਸੀਗਾ, ਅਤੇ ਉਹ ਇਹਨਾਂ ਨੇ ਕਦੋਂ ਸ਼ੁਰੂ ਕੀਤਾ ਸੀਗਾ ਉਹਦੇ ਬਾਰੇ ਤੁਸੀਂ ਦੱਸਿਓ। ਤਾਂ ਆਹ ਬੱਚੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਪੁਆਇੰਟ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਇਹਨਾਂ ਦੇ ਬਾਰੇ। ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਇਹਨਾਂ ਦਾ ਟੋਟਲ ਇਹਨੂੰ ਖਤਮ ਕਰ ਦੇਣਾ। ਓਕੇ, ਤਾਂ ਹੁਣ ਦੇਖੋ, ਫੇਵਰੇਬਲ ਕੰਡੀਸ਼ਨਸ ਫॉर ਪੋਰਤਗੀਜ਼ ਇਨ ਇੰਡੀਆ। ਤਾਂ ਇਹਨਾਂ ਦੇ ਪੱਖ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਵੀ ਇਹ ਲਗਾਤਾਰ ਸਕਸੈਸ ਮਿਲਦੀ ਇਹਨਾਂ ਨੂੰ ਚਲੀ ਗਈ। ਦੇਖੋ, ਆਹ ਤਾਂ ਬੱਚੇ ਸ਼ਾਰਟ ਦੇ ਵਿੱਚ ਇੱਕ ਮਤਲਬ ਹਿੰਟ ਪਾਇਆ ਮੈਂ ਤੁਹਾਨੂੰ, ਬਟ ਤੁਸੀਂ ਜਿਹੜਾ ਕੁਛ ਮੈਂ ਬੋਲੂੰਗਾ ਤਾਂ ਮੇਰੀ ਲੈਂਗੁਏਜ, ਜਿਹੜਾ ਕੁਛ ਮੈਂ ਬੋਲ ਰਿਹਾ ਉਹਨੂੰ ਧਿਆਨ ਦੇ ਨਾਲ ਸੁਣਨਾ, ਅਤੇ ਇਸ ਤੋਂ ਬਾਅਦ ਇਹਨੂੰ ਸਾਹਮਣੇ ਪੜ੍ਹਨਾ, ਦੈਨ ਤੁਸੀਂ ਇਹਨੂੰ ਕੰਪਲੀਟ ਕਰ ਪਾਓਗੇ। ਅਦਰਵਾਈਜ਼ ਇਹ ਤਾਂ ਇੱਕ ਹਿੰਟ ਨੇ, ਤਾਂ ਜੇ ਅਗਰ ਸਮਝ ਲੱਗ ਗਏ ਤਾਂ ਵੈਰੀ ਗੁੱਡ, ਨਹੀਂ ਤੁਸੀਂ ਸੁਣਨਾ, ਧਿਆਨ ਦੇ ਨਾਲ ਨੋਟ ਕਰਨਾ। ਤਾਂ ਦੇਖੋ ਬੱਚੇ, ਨਦਨ ਪਾਰਟ ਡਿਵਾਈਡਡ ਇੱਥੇ ਲਿਖਿਆ, ਕਿਉਂਕਿ ਜਿੰਨਾ ਨਦਨ ਹਿੱਸਾ ਸੀ ਉਹਦੇ 'ਚ ਨਾ ਛੋਟੇ ਛੋਟੇ ਰਾਜਾਂ ਦੇ ਵਿੱਚ, ਪਾਵਰਸ ਦੇ ਵਿੱਚ ਜਿਹੜਾ ਨਦਨ ਹਿੱਸਾ ਸੀ ਉਹ ਵੰਡਿਆ ਪਿਆ ਸੀਗਾ। ਤਾਂ ਕਰਕੇ ਦੇਖੋ, ਜੇ ਇੱਕ ਯੂਨਾਈਟ ਹੋਵੇ ਤਾਂ ਉਹਦੇ ਨਾਲ ਲੜਨਾ ਔਖਾ ਹੋ ਜਾਂਦਾ, ਤਾਂ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਫੁੱਟ ਪਾਉਣੀ ਬੜੀ ਈਜ਼ੀ ਹੋ ਜਾਂਦੀ ਆ। ਤਾਂ ਕਰਕੇ ਪਹਿਲੀ ਇਹਨਾਂ ਦੇ ਲਈ ਕੰਡੀਸ਼ਨ ਫੇਵਰੇਬਲ ਇਹੀ ਸੀ ਵੀ ਜਿਹੜਾ ਨਦਨ ਹਿੱਸਾ ਸੀ ਉਹ ਪ੍ਰੋਪਰ ਵੰਡਿਆ ਗਿਆ ਸੀ ਛੋਟੇ ਛੋਟੇ ਭਾਗਾਂ ਦੇ ਵਿੱਚ। ਕੱਲਾ ਈਵਨ ਗੁਜਰਾਤ ਇਹੋ ਜਿਹਾ ਸੀਗਾ ਜਿਹਦੇ 'ਚ ਪਾਵਰਫੁੱਲ ਸ਼ਾਸਕ ਸੀਗਾ ਮਹਿਮੂਦ ਬਿਗੜਾ ਨਾਮ ਦਾ। 1458 ਤੋਂ ਲੈ ਕੇ ਉਹਦਾ ਸ਼ਾਸਨ ਸ਼ੁਰੂ ਹੁੰਦਾ ਸੀਗਾ, 1511-12 ਦੇ ਇਰਦ ਗਿਰਦ ਤੱਕ ਇੰਨਾ ਟਾਈਮ ਉਹਨੇ ਸ਼ਾਸਨ ਕੀਤਾ ਗੁਜਰਾਤ 'ਤੇ। ਤਾਂ ਗੁਜਰਾਤ ਨੂੰ ਛੱਡ ਕੇ ਬਾਕੀ ਸਾਰੇ ਕਿਤੇ ਵੰਡੀਆਂ ਪੈ ਚੁੱਕੀਆਂ ਸੀ, ਜਾਂ ਫਿਰ ਇਹਨਾਂ ਦੇ ਮੁਕਾਬਲੇ ਕੋਈ ਵੀ ਇੰਨਾ ਸਟਰੋਂਗ ਨਹੀਂ ਸੀਗਾ ਜੋ ਇਹਨਾਂ ਦਾ ਸਾਹਮਣਾ ਕਰ ਸਕੇ। ਤਾਂ ਪਹਿਲਾ ਪੁਆਇੰਟ ਕੀ ਹੋ ਗਿਆ ਵੀ ਜਿਹੜਾ ਨਦਨ ਪਾਰਟ ਸੀ ਇੰਡੀਆ ਦਾ, ਉਹਦੇ 'ਚ ਕੀ ਹੋ ਗਿਆ ਸੀ, ਉਹ ਡਿਵਾਈਡਡ ਸੀਗਾ ਛੋਟੇ ਛੋਟੇ ਪਾਵਰਸ ਦੇ ਵਿੱਚ। ਬਾਕੀ ਜੇ ਆਪਾਂ ਗੱਲ ਕਰੀਏ ਡੈਕਨ ਦੀ, ਤਾਂ ਇਹਦੇ 'ਚ ਸੀਗਾ ਬਹਿਮਨੀ ਕਿੰਗਡਮ, ਤਾਂ ਇਹ ਵੀ ਕੀ ਹੋ ਗਿਆ, ਡਿਵਾਈਡਡ। ਤਾਂ ਹੁਣ ਬਹਿਮਨੀ ਕਿੰਗਡਮ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਦੋ ਪੁਆਇੰਟ ਦੱਸਦਾ, ਤੁਸੀਂ ਇਹਨੂੰ ਨੋਟ ਕਰਿਓ। ਅਗਰ ਕਿਸੇ ਨੇ ਪਹਿਲਾਂ ਤੋਂ ਪੜ੍ਹਿਆ ਹੋਇਆ ਤਾਂ ਵੀ ਠੀਕ ਆ, ਅਗਰ ਕਿਸੇ ਨੇ ਨਹੀਂ ਵੀ ਪੜ੍ਹਿਆ ਤਾਂ ਇੰਨੇ ਕੁ ਪੁਆਇੰਟ ਤੁਹਾਡੇ ਇਹਦੇ ਬਾਰੇ 80-85% ਕੁਐਸਚਨ ਤੁਹਾਡਾ ਕਲੀਅਰ ਕਰਾ ਦੇਣਗੇ, ਠੀਕ ਆ। ਪਹਿਲੀ ਗੱਲ, ਤੇ ਇਹ 1347 'ਚ ਸ਼ੁਰੂ ਆ, ਔਰ ਇਹਦਾ ਫਾਊਂਡਰ ਸੀਗਾ, ਇਹਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ, ਹਸਨ ਗੰਗੂ ਬਹਿਮਨੀ, ਔਰ ਇਹ ਦੇਵਗਿਰੀ ਦਾ ਇੱਕ ਟਰਕਿਸ਼ ਆਫੀਸਰ ਸੀਗਾ। ਓਕੇ, ਜੇ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਸਟਰੈਚ ਦੀ, ਮਤਲਬ ਇਹਨਾਂ ਦਾ ਜਿਹੜਾ ਕਿੰਗਡਮ ਸੀਗਾ ਇਹਦੀ ਸਟਰੈਚ ਕਿੱਥੇ ਸੀ, ਇਹਦੀ ਸਟਰੈਚ ਸੀਗੀ ਇੱਧਰੋਂ ਅਰੇਬੀਅਨ ਸੀ ਤੋਂ ਲੈ ਕੇ, ਯਾਨੀ ਕਿ ਅਰਬ ਸਾਗਰ ਤੋਂ ਲੈ ਕੇ ਬੇ ਆਫ ਬੰਗਾਲ ਤੱਕ ਇੰਨਾ ਸਟਰੈਚ ਇਹਨਾਂ ਦਾ ਪੂਰਾ ਮਤਲਬ ਵਿਸਤਾਰ ਹੋਇਆ ਵਾ ਸੀ। ਔਰ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਗੱਲ ਆਉਂਦੀ ਹੈ ਇਹਨਾਂ ਦੀ, ਆਪਾਂ ਗੱਲ ਕਰਨੀ ਹੈ ਕੈਪੀਟਲ ਦੀ। ਤਾਂ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਕੈਪੀਟਲ, ਭਾਵ ਇਹਨਾਂ ਦੀ ਰਾਜਧਾਨੀ ਕੀ ਸੀ, ਤਾਂ ਰਾਜਧਾਨੀ ਇਹਨਾਂ ਦੀ ਸੀਗੀ ਗੁਲਬਰਗਾ। ਆ ਇਹਨਾਂ ਦੀ ਕੀ ਸੀਗੀ, ਰਾਜਧਾਨੀ। ਤਾਂ ਹੁਣ ਆਪਾਂ ਇਹਨਾਂ ਨੇ ਕਿਹਾ
ਵੀ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਉਹ ਸੀਗਾ ਵੀ ਮਤਲਬ ਕਿ ਡੈਕਨ ਦੇ ਵਿੱਚ ਬਹਿਮਨੀ ਕਿੰਗਡਮ ਪਹਿਲਾਂ ਤਾਂ ਇਕੱਠਾ ਸੀਗਾ, ਤਾਂ ਉਦੋਂ ਤਾਂ ਇਹ ਡਰਦੇ ਸੀ, ਪਰ ਜਦੋਂ ਉਹ ਬ੍ਰੇਕਡਾਊਨ ਹੋ ਗਿਆ ਦੈਨ ਇਹਨਾਂ ਦੀ ਹੌਸਲੇ ਹੋਰ ਵੀ ਬੁਲੰਦ ਹੋ ਗਏ। ਤਾਂ ਹੁਣ ਬਹਿਮਨੀ ਕਿੰਗਡਮ ਜਦੋਂ ਬ੍ਰੇਕ ਹੋਇਆ ਇਹ ਕਿੰਨੇ ਭਾਗਾਂ ਦੇ ਵਿੱਚ ਟੁੱਟਿਆ? 5। ਬਸ ਸਾਰਿਆਂ ਦੇ ਬਾਰੇ ਤੁਹਾਨੂੰ ਇੰਨਾ ਧਿਆਨ ਦੇ ਵਿੱਚ ਨਹੀਂ, ਵੈਸੇ ਇੱਕ ਦੋ ਤਾਂ ਮੈਂ ਤੁਹਾਨੂੰ ਕਰਵਾ ਹੀ ਚੁੱਕਿਆ ਪਹਿਲਾਂ, ਮੈਂ ਡਿਟੇਲ ਦੇ ਵਿੱਚ ਕਰਵਾਏ ਵੇ ਉਹਨਾਂ ਦੇ ਬਾਰੇ ਆਪਣੀ ਵੀਡੀਓਜ਼ ਪਈਆਂ ਨੇ। ਤਾਂ ਇਹ ਟੁੱਟਿਆ ਕਿਹਦੇ ਸਮੇਂ ਕਿਹਦੀ ਮੌਤ ਤੋਂ ਬਾਅਦ ਸੀਗਾ? ਜਿਹੜਾ ਇਹਨਾਂ ਦਾ ਮੁਹੰਮਦ ਸ਼ਾਹ ਥਰਡ ਸੀ, ਜਦੋਂ ਇਹ ਮਰ ਗਿਆ ਅਤੇ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਵੰਡੀਆਂ ਪੈ ਗਈਆਂ। ਤਾਂ ਹੁਣ ਵੰਡੀਆਂ ਪੈਣ 'ਤੇ ਕਿਹੜੀਆਂ ਕਿਹੜੀਆਂ ਸੀ? ਇੱਕ ਤਾਂ ਹੋ ਗਈ ਬੀਜਾਪੁਰ, ਠੀਕ ਆ, ਔਰ ਅਹਿਮਦਨਗਰ, ਬੇਰਾ, ਗੋਲਕੋਂਡਾ ਔਰ ਬਿਦਰ। ਤਾਂ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਸਿਸਟਮ ਸੀਗਾ ਇਹ ਵੰਡਿਆ ਗਿਆ। ਅਤੇ ਆਹ ਤਾਂ ਤੁਹਾਨੂੰ ਇੰਨਾ ਕੁ ਕਲੀਅਰ ਹੋ ਗਿਆ। ਬਾਕੀ ਇਹਦੇ ਬਾਰੇ ਤੁਸੀਂ ਇੱਕ ਹੋਰ ਧਿਆਨ ਦੇ ਵਿੱਚ ਰੱਖਣਾ, ਅਤੇ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰਾਂਤ ਹੁੰਦਾ ਸੀ, ਜਿਵੇਂ ਕਿ ਆਪਾਂ ਪ੍ਰੋਵਿੰਸ ਕਹਿੰਦੇ ਹਾਂ, ਤਾਂ ਇਹ ਪ੍ਰਾਂਤ ਨੂੰ ਕਹਿੰਦੇ ਸੀ ਤਰਫਸ, ਇਹ ਕਹਿੰਦੇ ਸੀ ਇਹ ਪ੍ਰਾਂਤ ਨੂੰ। ਔਰ ਇਹਨਾਂ ਦਾ ਜਿਹੜਾ ਇੱਥੇ ਹੁੰਦਾ ਸੀਗਾ ਗਵਰਨਰ, ਤਾਂ ਇਹਨਾਂ ਦੇ ਗਵਰਨਰ ਨੂੰ, ਇਹ ਐਡਮਿਨਿਸਟ੍ਰੇਸ਼ਨ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਤਾਂ ਇਹਨੂੰ ਕਹਿੰਦੇ ਸੀ ਤਰਫਦਾਰ, ਜਾਂ ਫਿਰ ਇਹਨੂੰ ਕਹਿੰਦੇ ਸੀ ਆਮੀਰ। ਓਕੇ, ਇਹ ਕਹਿੰਦੇ ਸੀ ਇਹ ਗਵਰਨਰ ਨੂੰ। ਬਾਕੀ ਜਿਹੜਾ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਸੀਗਾ ਉਹ ਸੀਗਾ ਫਿਊਡਲ ਸਿਸਟਮ। ਓਕੇ, ਤਾਂ ਸੀ ਤੁਸੀਂ ਬਹਿਮਨੀ ਕਿੰਗਡਮ ਦੇ ਬਾਰੇ ਇੰਨੇ ਕੁ ਪੁਆਇੰਟ ਧਿਆਨ ਦੇ ਵਿੱਚ ਰੱਖਿਓ, ਤੁਹਾਡਾ ਇੰਨੇ ਨਾਲ ਹੀ ਕੰਮ ਆ ਜਿਹੜਾ ਉਹ ਚੱਲ ਜੂਗਾ ਬਹਿਮਨੀ ਕਿੰਗਡਮ ਦੇ ਬਾਰੇ। ਬਾਕੀ ਬਾਹਲਾ ਜਦੋਂ ਕੋਈ ਨਹੀਂ, ਆਪਣੇ ਇੱਕ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦੇ ਬਾਰੇ ਹੋਰ ਪੁਆਇੰਟ ਜਿਹੜੇ ਦੱਸ ਦੂੰਗਾ। ਬਾਕੀ ਇੰਨੇ ਨਾਲ ਤੁਹਾਡਾ ਕੰਮ ਆ ਜਿਹੜਾ ਇਹ ਪ੍ਰੋਪਰ ਹੋ ਜੂਗਾ। ਤਾਂ ਹੁਣ ਡੈਕਨ ਦੇ ਵਿੱਚ ਬਹਿਮਨੀ ਕਿੰਗਡਮ ਜਦੋਂ ਡਿਵਾਈਡ ਹੋ ਗਿਆ, ਦੈਨ ਇਹਨਾਂ ਨੂੰ ਉੱਧਰੋਂ ਹੋਰ ਵੀ ਹੌਸਲਾ ਹੋ ਗਿਆ। ਫਿਰ ਬਾਕੀ ਨਵਾਲ ਸਿਸਟਮ, ਹੁਣ ਆਪਾਂ ਲਿਖਿਆ ਵੀਕ ਪੋਜੀਸ਼ਨ। ਤਾਂ ਉਦੋਂ ਇੰਡੀਆ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਨਾ ਵੀ ਯੂਰਪ ਦੇ ਵਿੱਚ ਵੀ ਇਹਨਾਂ ਦੇ ਮੁਕਾਬਲੇ ਦਾ ਨਵਾਲ ਸਿਸਟਮ ਕਿਸੇ ਦਾ ਨਹੀਂ ਸੀਗਾ। ਕਿਸੇ ਨੂੰ ਇੰਨੀ ਸੀ ਦੇ ਵਿੱਚ ਰਿਸਰਚ ਬਾਰੇ ਕੋਈ ਗਿਆਨ ਨਹੀਂ ਸੀਗਾ। ਸਭ ਤੋਂ ਸਟਰੋਂਗ, ਸਭ ਤੋਂ ਜ਼ਿਆਦਾ ਅੱਗੇ ਪੁਰਤਗਾਲੀ ਸੀਗੇ। ਤਾਂ ਆਪਣੇ ਇੰਡੀਆ ਦੀ ਨੇਵੀ ਤਾਂ ਸਟਰੋਂਗ ਹੈ ਉਹ ਨਹੀਂ ਸੀ, ਕਿਉਂਕਿ ਜਦੋਂ ਯੂਰਪੀਆਂ ਦੀ ਹੈ ਨਹੀਂ ਸੀ ਉਹਨਾਂ ਦੇ ਮੁਕਾਬਲੇ, ਦੈਨ ਇੰਡੀਆ ਤਾਂ ਕੀ ਸੀ ਉਹਨਾਂ ਦੇ ਸਾਹਮਣੇ। ਔਰ ਨਾ ਹੀ ਆਪਣੇ ਕਿਸੇ ਕਿੰਗ ਦੀ ਇੰਨੀ ਪਲਾਨਿੰਗ ਸੀ ਵੀ ਆਪਾਂ ਨੇਵੀ ਨੂੰ ਅੱਗੇ ਡਿਵੈਲਪ ਕਰੀਏ। ਤਾਂ ਕਰਕੇ ਆਪਣਾ ਜਿਹੜਾ ਨੇਵੀ ਦਾ ਸਿਸਟਮ ਸੀ ਇਹ ਹਮੇਸ਼ਾ ਪਿੱਛੇ ਰਿਹਾ। ਔਰ ਟ੍ਰੇਡ ਹਮੇਸ਼ਾ ਉਦੋਂ ਹੁੰਦਾ ਸੀ ਸਮੁੰਦਰਾਂ ਦੇ ਥਰੂ। ਤਾਂ ਜਿਹਦੀ ਨੇਵੀ ਸਟਰੋਂਗ ਉਸੇ ਦੀ ਪਾਵਰ, ਜਿਹਦੇ ਕੋਲੇ ਨੇਵੀ ਸ਼ਿਪਸ ਵਧੀਆ ਨੇ, ਕੰਟਰੋਲ ਕਰ ਸਕਦੇ ਆ, ਰਸਤੇ ਦੇ ਵਿੱਚ ਕਿਸੇ ਨੂੰ ਰੋਕ ਸਕਦੇ ਆ, ਲੁੱਟ ਸਕਦੇ ਆ, ਉਹ ਸਭ ਤੋਂ ਅੱਗੇ ਜਾ ਰਿਹਾ ਸੀ। ਮਤਲਬ ਪਹਿਲਾਂ ਆਪਾਂ ਦੇਖਿਆ ਵੀ ਅਰਬ ਸਾਗਰ ਦੇ ਵਿੱਚ ਅਰਬਸ ਦਾ ਵਪਾਰੀ ਸੀਗੇ, ਜਿਹੜੇ ਅਰਬ ਮਰਚੈਂਟ ਸੀ, ਉਹਨਾਂ ਦਾ ਹੀ ਰਾਜ ਹੁੰਦਾ ਸੀਗਾ। ਪਰ ਇਹਨਾਂ ਦੇ ਸਾਹਮਣੇ ਉਹ ਕੁਝ ਵੀ ਨਹੀਂ ਸੀਗੇ। ਕਿਉਂ ਨਹੀਂ ਸੀ? ਕਿਉਂਕਿ ਇਹਨਾਂ ਦੀ ਨੇਵੀ ਤਕੜੀ ਸੀਗੀ ਔਰ ਇਹਨਾਂ ਨੇ ਆਉਂਦੇ ਹੀ ਉਹਨਾਂ ਦੇ ਨਾਲ ਮਤਲਬ ਕਿ ਲੜਾਈ ਕਰਨੀ ਸਟਾਰਟ ਕਰਤੀ ਸੀਗੀ। ਔਰ ਇਹਨਾਂ ਦੀ ਸਭ ਤੋਂ ਵੱਡੀ ਗੱਲ, ਇਹਨਾਂ ਦੀਆਂ ਜਿਹੜੀਆਂ ਸ਼ਿਪਸ ਸੀਗੀਆਂ ਇਹਨਾਂ ਦੇ ਉੱਤੇ ਹੁੰਦੀਆਂ ਸੀ ਕੈਨਨਸ। ਕੈਨਨਸ ਕੀ ਹੁੰਦੀਆਂ ਨੇ? ਤੋਪਾਂ। ਓਕੇ, ਜਿਵੇਂ ਆਪਾਂ ਕਹਿੰਦੇ ਨਹੀਂ ਵੀ ਬਾਬਰ ਨੇ ਪਹਿਲੀ ਵਾਰੀ ਤੋਪ ਖਾਨਾ ਐਵੇਂ ਸ਼ੁਰੂ ਕੀਤਾ, ਉਵੇਂ ਕੀਤਾ। ਤਾਂ ਕਹਿਣ ਤੋਂ ਭਾਵ ਕੀ ਆ ਵੀ ਇਹ ਕੈਨਨ ਰੱਖਣ ਲੱਗ ਗਏ ਸੀ ਆਪਦੀਆਂ ਸ਼ਿਪਸ ਦੇ ਉੱਤੇ। ਤਾਂ ਇਹ ਤਾਂ ਹੋ ਗਈਆਂ ਇਹਨਾਂ ਦੀਆਂ ਕੰਡੀਸ਼ਨਸ ਜਿਹੜੀਆਂ ਇਹਨਾਂ ਦੇ ਪੱਖ ਦੇ ਵਿੱਚ ਸੀਗੀਆਂ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਕਲੀਅਰ ਹੁੰਦੇ ਚੱਲ ਰਹੇ ਹੋਣਗੇ। ਔਰ ਬੱਚੇ ਦੇਖੋ, ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਦੇ ਉੱਤੇ ਨਵੇਂ ਨੇ, ਤਾਂ ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਦਿਓ। ਔਰ ਵੀਡੀਓ ਨੂੰ ਚੱਲਦੇ ਦੌਰਾਨ ਲਾਈਕ ਜ਼ਰੂਰ ਕਰ ਦਿਓ। ਅੱਗੇ ਹੁਣ ਆਪਾਂ ਦੇਖਦੇ ਹਾਂ ਇਹਨਾਂ ਦੀ ਪੁਰਤਗੀਜ਼ ਸਟੇਟ ਦੇ ਬਾਰੇ। ਇਹਨਾਂ ਦੇ ਵਿੱਚ ਜਿਹੜੇ ਫੈਕਟ ਹੋਰ ਬਣਦੇ ਆ, ਜਿਨ੍ਹਾਂ ਦੇ ਵਿੱਚੋਂ ਸਿੱਧਾ ਕੁਐਸਚਨ ਬਣ ਸਕਦਾ, ਤਾਂ ਉਹਨੂੰ ਵੀ ਤੁਸੀਂ ਧਿਆਨ ਦੇ ਨਾਲ ਦੇਖੋ। ਦੇਖੋ, ਆਪਾਂ ਕਹਿੰਦੇ ਹਾਂ ਸਟੇਟ ਆਫ ਦਾ ਪੁਰਤਗੀਜ਼ ਇੰਡੀਆ, ਤਾਂ ਇਹ ਕੀ ਕਹਿੰਦੇ ਸੀ? ਇਸਤਾਦੋ ਪੁਰਤਗੀਜ਼ ਦਾ ਇੰਡੀਆ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਇਹ ਆਪਦੀ ਲੈਂਗੁਏਜ ਦੇ ਵਿੱਚ ਆਹ ਚੀਜ਼ ਕਹਿੰਦੇ ਆ ਇਹਨੂੰ। ਓਕੇ, ਤਾਂ ਦੇਖੋ ਜਦੋਂ ਇਹਨਾਂ ਦੇ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਇਆ ਸੀ, ਉਹ ਤੋਂ 5 ਡੈਕੇਡਸ ਯਾਨੀ ਕਿ ਤਕਰੀਬਨ 50-60 ਸਾਲ ਬਾਅਦ ਇਹਨਾਂ ਨੇ ਬਹੁਤ ਸਾਰਾ ਕੋਸਟਲ ਏਰੀਆ ਹੁੰਦਾ ਜਿਹੜਾ ਆਸੇ-ਪਾਸੇ ਪਾਣੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਜਿਹਦੀ ਨੇਵੀ ਸਟਰੋਂਗ ਆ ਉਹ ਟਾਈਮ ਤੇ ਉੱਤੇ ਪਾਵਰ ਉਸੇ ਦੀ ਸੀ। ਤਾਂ ਇਹਨਾਂ ਨੇ ਕੋਸਟਲ ਏਰੀਆ ਦੇ ਉੱਤੇ ਹੀ ਕਬਜ਼ਾ ਕਰਿਆ। ਕਿਉਂ ਕੀਤਾ? ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਸਾਨੂੰ ਟ੍ਰੇਡ ਕਰਨਾ, ਅਸੀਂ ਸਮੁੰਦਰੀ ਸ਼ਿਪਸ ਦੇ ਦੁਆਰਾ ਜਾਣਾ, ਤਾਂ ਜਿੰਨਾ ਕਿਨਾਰੇ 'ਤੇ ਹੀ ਹੋਊਗਾ ਉਨਾ ਸਾਡਾ ਮਤਲਬ ਕਿ ਠੀਕ ਰਹੂਗਾ, ਈਜ਼ੀ ਰਹੂਗਾ। ਬਾਕੀ 4 ਇੰਪੋਰਟੈਂਟ ਪੋਰਟ ਸੀਗੇ ਜਿਹੜੇ ਉਹ ਇਹਨਾਂ ਦੇ ਅੰਡਰ ਕੰਟਰੋਲ ਦੇ ਵਿੱਚ ਸੀਗੇ। ਓਕੇ, ਔਰ ਇਹਨਾਂ ਦੇ ਆਪਾਂ ਹੋਰ ਗੱਲ ਕਰੀਏ, ਇਹਨਾਂ ਨੇ ਈਸਟ ਕੋਸਟ 'ਤੇ ਵੀ ਬਣਾ ਲਈਆਂ ਸੀਗੀਆਂ, ਜਿਵੇਂ ਕਿ ਚੇਨਈ ਦੇ ਵਿੱਚ ਸਨ ਥੋਮੇ ਮਿਲਟਰੀ ਪੋਸਟਾਂ ਬਣਾ ਲਈਆਂ ਸੀਗੀਆਂ ਇਹਨਾਂ ਨੇ, ਸਨ ਥੋਮੇ। ਚਲੋ ਇੱਥੇ ਆਪਾਂ ਲਿਖ ਲੈਂਦੇ ਹਾਂ। ਦੇਖੋ, ਈਸਟ ਵਾਲੀ ਸਾਈਡ ਇਹਨਾਂ ਨੇ ਚੇਨਈ ਦੇ ਵਿੱਚ ਮਿਲਟਰੀ ਪੋਸਟ ਬਣਾਈਆਂ। ਕਿਹੜੀਆਂ ਬਣਾਈਆਂ? ਇੱਕ ਤਾਂ ਇਹਨਾਂ ਨੇ ਬਣਾਈ ਸੈਨ ਥੋਮ ਇੱਕ, ਅਤੇ ਦੂਸਰੀ ਇਹਨਾਂ ਨੇ ਬਣਾਈ ਸੀ ਤਾਮਿਲਨਾਡੂ ਦੇ ਵਿੱਚ ਨਾਗਾ ਪੱਟੀ ਨਮ। ਇਹ ਬਣਾਈ ਸੀ ਇਹਨਾਂ ਨੇ ਤਾਮਿਲਨਾਡੂ।
ਓਕੇ, ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਈਸਟ ਕੋਸਟ 'ਤੇ ਨੇ ਬੱਚੇ, ਇਹ ਧਿਆਨ ਰੱਖਣਾ। ਪਹਿਲਾਂ ਆਪਾਂ ਇੱਧਰ ਵੈਸਟ ਵਾਲੀ ਕੋਸਟ ਦੀ ਗੱਲ ਕਰਦੇ ਸੀ ਹਮੇਸ਼ਾ, ਬਟ ਹੁਣ ਆਪਾਂ ਈਸਟ ਵਾਲੀ ਸਾਈਡ ਦੇ ਉੱਤੇ ਕੀਤਾ। ਬਾਕੀ ਜੇ ਸਾਊਥ ਦੇ ਵਿੱਚ ਗੱਲ ਕਰੀਏ ਤਾਂ ਮੈਂਗਲੁਰੂ, ਕੈਨਾਨੌਰ, ਕੋਚੀਨ, ਕੈਲੀਕਟ ਇਹ ਵੀ ਇਹਨਾਂ ਦੇ ਕੰਟਰੋਲ ਦੇ ਵਿੱਚ ਸੀ। ਬਾਕੀ ਹੂਗਲੀ ਇਹਨਾਂ ਨੇ ਟਾਊਨ ਕਦੋਂ ਸ਼ੁਰੂ ਕੀਤਾ ਸੀ ਉਹਦੇ ਬਾਰੇ ਤੁਸੀਂ ਦੱਸਣਾ, ਅਤੇ ਇਹਨਾਂ ਨੇ ਕਦੋਂ ਕਰਿਆ। ਬਾਕੀ ਇਹਨਾਂ ਦੇ ਬਾਰੇ ਪੁਆਇੰਟ ਆ, ਠੀਕ ਆ। ਤਾਂ ਇੰਪੋਰਟੈਂਟ ਪੋਰਟ ਅੰਡਰ ਇਹਨਾਂ ਦੇ ਕੰਟਰੋਲ 'ਚ ਸੀ। ਬਾਕੀ ਇਹ ਸਭ ਤੋਂ ਪਹਿਲਾਂ ਆਏ ਸੀ ਔਰ ਸਭ ਤੋਂ ਲਾਸਟ ਤੇ 1961 ਦੇ ਵਿੱਚ ਗਏ ਆ। ਇਹਦੇ ਬਾਰੇ ਮੈਂ ਤੁਹਾਨੂੰ ਹੁਣੇ ਪੁਆਇੰਟ ਦੱਸ ਕੇ ਹਟਿਆ ਵੀ ਜਦੋਂ ਇਹ ਲਾਸਟ ਦੇ ਉੱਤੇ ਗਏ ਆ ਕਿਹੜੀ ਅਮੈਂਡਮੈਂਟ ਹੋਈ ਸੀ, ਕੀ ਹੋਈ ਸੀ। ਔਰ ਜਦੋਂ ਇਹ ਆਏ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਕੈਪਚਰ ਕੀਤਾ ਸੀ ਉਹ ਗੋਆ ਨੂੰ ਹੀ ਕਰਿਆ ਸੀਗਾ। ਬਾਕੀ ਇਹਨਾਂ ਨੇ ਆਪਣੇ ਜਿਹੜੀ ਪਹਿਲੀ ਪ੍ਰਿੰਟਿੰਗ ਪ੍ਰੈਸ ਸੀਗੀ, ਓਕੇ, ਪਹਿਲੀ ਪ੍ਰਿੰਟਿੰਗ ਪ੍ਰੈਸ ਇਹਨਾਂ ਨੇ ਹੀ ਆਪਣੇ ਇੰਡੀਆ ਦੇ ਵਿੱਚ ਲਾਈ ਸੀ। ਕਿੱਥੇ? ਗੋਆ ਦੇ ਵਿੱਚ। ਕਦੋਂ? 1556 ਦੇ ਵਿੱਚ। ਬਾਕੀ ਆਪਣੇ ਮੈਡੀਸੀਨਲ ਪਲਾਂਟਸ ਨੇ ਜਿਹੜੇ, ਫਸਟ ਸਾਇੰਟੀਫਿਕ ਵਰਕ ਵਿੱਚ ਪਬਲਿਸ਼ਡ ਐਟ ਗੋਆ 1563, ਇਹੀ ਪ੍ਰੈਸ ਦੇ ਦੁਆਰਾ ਇੱਥੇ ਆਪਣੇ ਇਹ ਪਬਲਿਸ਼ ਕੀਤਾ ਗਿਆ ਸੀ। ਤਾਂ ਇਹ ਪੁਆਇੰਟ ਸੀਗੇ ਜਿਹੜੇ ਇੰਪੋਰਟੈਂਟ, ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਬਾਕੀ ਜੇ ਅਜੇ ਵੀ ਇਹਨਾਂ ਦੇ ਟੋਟਲ ਏਰੀਆ ਕਿੰਨਾ ਕੰਟਰੋਲ ਕੀਤਾ ਵਾ ਸੀ ਤਾਂ ਉਹ ਸੀਗਾ 1619 ਸਕੁਅਰ, ਇਹਦਾ ਹੈਗਾ ਮਾਈਲਸ ਦੇ ਵਿੱਚ। ਜੇ ਤੁਹਾਨੂੰ ਅਜੇ ਵੀ ਇਹਨੂੰ ਦੈਨ ਕਿਲੋਮੀਟਰ ਦੇ ਵਿੱਚ ਆ ਤਾਂ ਉਹ ਆ ਤੁਸੀਂ ਲਿਖੋਗੇ 4193 ਸਕੁਅਰ ਕਿਲੋਮੀਟਰ। ਆ ਉਹ ਏਰੀਆ ਜਿਹੜਾ ਇਹਨਾਂ ਦਾ ਮਤਲਬ ਕਿ ਕੰਟਰੋਲ ਦੇ ਵਿੱਚ ਸੀਗਾ। ਵਾਸਕੋ ਡੀ ਗਾਮਾ ਆਪਾਂ ਕੱਲ੍ਹ ਦੇਖਿਆ, ਵਾਸਕੋ ਡੀ ਗਾਮਾ ਕਿੰਨੇ ਟਾਈਮ ਆਇਆ ਸੀ ਆਪਣੇ? 3 ਟਾਈਮਸ ਆਇਆ ਸੀ। ਕਿਹੜੇ? 1497, 99, 1502 ਤੇ 3, 1524 ਲਾਸਟ ਵਾਰੀ ਆਇਆ। ਦੈਨ ਇੱਥੇ ਆ ਕੇ ਉਹ ਤਾਂ ਡਾਈਟ ਮਰ ਗਿਆ ਸੀਗਾ। ਬਾਕੀ ਜਿਹੜਾ ਇਹਨਾਂ ਦਾ ਜੁਡੀਸ਼ੀਅਲ ਪਰਪਸ ਦੇ ਲਈ ਇਹ ਵਰਤਦੇ ਸੀ, ਜੁਡੀਸ਼ੀਅਲ ਪਰਪਸ ਦੇ ਲਈ ਇਹ ਕਿਹਨੂੰ ਵਰਤਦੇ ਸੀ? ਜੁਡੀਸ਼ੀਅਲ ਪਰਪਸ ਦੇ ਲਈ ਇਹ ਵਰਤਦੇ ਸੀ ਗੋਆ, ਮਕਾਊ, ਚੀਨ 'ਚ, ਓਕੇ, ਤੈਮੂਰ ਇੱਕ ਇਹਨਾਂ ਦਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਓਕੇ। ਬਾਕੀ ਇੱਕ ਪੁਆਇੰਟ ਹੋਰ, 1563 ਦੇ ਵਿੱਚ ਇਹਨਾਂ ਦਾ ਜਿਹੜਾ ਗਵਰਨਰ ਸੀਗਾ ਉਹਨੇ ਗੋਆ ਨੂੰ ਪਾਰਲੀਮੈਂਟ ਸੀਟ ਦੇਣ ਦੇ ਲਈ ਕਿਹਾ ਸੀਗਾ ਵੀ ਦੋਵੇਂ ਈਸਟ ਦੇ ਪਾਰਟਸ ਨੂੰ ਦਿਖਾਊਗੀ, ਅਤੇ ਕਿੰਗ ਨੇ ਉਹਨੂੰ ਕੀ ਕਰਤਾ ਸੀ? ਵੀਟੋ ਕਰਤਾ ਸੀ, ਮਤਲਬ ਕਿ ਗੱਲ ਇਹਨਾਂ ਦੀ ਨਹੀਂ ਮੰਨੀ ਗਈ, ਓਕੇ। 1559 ਦੇ ਵਿੱਚ ਯਾਨੀ ਕਿ 1559 ਜਾਂ 59 ਦੇ ਵਿੱਚ ਇਹਨਾਂ ਨੇ ਦਮਨ ਵੀ ਕਬਜ਼ਾ ਲਿਆ ਸੀਗਾ। ਇਹ ਇਹਨਾਂ ਦੇ ਇੰਪੋਰਟੈਂਟ ਪੁਆਇੰਟ ਸੀਗੇ। ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੀ। ਹੁਣ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਯਾਨੀ ਕਿ ਪ੍ਰਸ਼ਾਸਨ ਪੁਰਤਗਾਲੀਆਂ ਦਾ ਕਿਵੇਂ ਦਾ ਸੀ? ਦੇਖੋ, ਇਹਨਾਂ ਦੇ ਆਪਾਂ ਕਹੇ ਵੀ ਇਹਨਾਂ ਦੇ ਆਉਂਦੇ ਸੀ ਹੈੱਡ ਜਾਂ ਫਿਰ ਇਹਨਾਂ ਦੇ ਆਉਂਦੇ ਸੀ ਵਾਇਸਰਾਏ। ਵਾਇਸਰਾਏ ਇਹਨਾਂ ਦੀ ਟਰਮ ਹੁੰਦੀ ਸੀ 3 ਸਾਲ ਦੇ ਲਈ। ਪਹਿਲਾਂ ਤਾਂ ਆਉਂਦੇ ਸੀ ਇਹਨਾਂ ਦੇ ਨਾਲ ਸੈਕਟਰੀ। ਪਹਿਲਾਂ ਇਹਨਾਂ ਦੇ ਨਾਲ ਕੌਣ ਆਉਂਦੇ ਸੀ? ਸੈਕਟਰੀ। ਪਰ ਬਾਅਦ ਦੇ ਵਿੱਚ ਇਹ ਟਰਮ ਬਦਲਦੀ ਇਹਨਾਂ ਨੇ ਕਾਉਂਸਲ ਦੇ ਵਿੱਚ। ਆ ਤਾਂ ਹੁੰਦੀ ਸੀ 3 ਸਾਲ ਦੇ ਲਈ, ਪਹਿਲਾਂ ਇਹਨਾਂ ਦੇ ਨਾਲ ਸੈਕਟਰੀ ਆਉਂਦੇ ਸੀ, ਫਿਰ ਇਹਨਾਂ ਨੇ ਟਰਮ ਚੇਂਜ ਕਰਕੇ ਕੀ ਰੱਖਤਾ? ਕਾਉਂਸਲ, ਓਕੇ। ਫਿਰ ਇੱਕ ਇਹਨਾਂ ਦਾ ਤੁਸੀਂ ਧਿਆਨ 'ਚ ਰੱਖਣਾ, ਵਿਦੋਰ ਦਾ ਫਜੇਂਦਾ, ਇਹ ਕਾਹਦੇ ਲਈ? ਰੈਵਨਿਊ ਸਿਸਟਮ ਸੀ ਇਹਨਾਂ ਦਾ, ਜਾਂ ਫਿਰ ਕਾਰਗੋਜ਼ ਸੀਗੀਆਂ, ਜਾਂ ਫਿਰ ਡਿਸਪੈਚ ਆਫ ਫਲੀਟਸ। ਤਾਂ ਇਹਨਾਂ ਸਾਰਿਆਂ ਦਾ ਜਿੰਨਾ ਵੀ ਹਿਸਾਬ ਕਿਤਾਬ ਸੀ ਇਹਨਾਂ ਲਈ ਜਵਾਬਦੇਹ ਸੀ, ਜ਼ਿੰਮੇਵਾਰ ਸੀ, ਉਹ ਹੁੰਦਾ ਸੀ ਵਿਦੋਰ ਦਾ ਫਜੇਂਦਾ। ਇਹ ਰਿਸਪੌਂਸੀਬਲ ਹੁੰਦਾ ਸੀ ਇਹਨਾਂ ਦੇ ਮਤਲਬ ਕਿ ਰੈਵਨਿਊ ਸਿਸਟਮ ਦੇ ਲਈ। ਹੁਣ ਆਪਾਂ ਇਹਨਾਂ ਦੀ ਗੱਲ ਕਰੀਏ, ਇਹਨਾਂ ਦੀ ਰਿਲੀਜੀਅਸ ਪੋਲਿਸੀ ਜਾਂ ਫਿਰ ਇਹਨਾਂ ਦੀ ਧਾਰਮਿਕ ਪੋਲਿਸੀ ਆ ਜਿਹੜੀ, ਉਹ ਕਿਵੇਂ ਦੀ ਸੀ? ਦੇਖੋ, ਇਹ ਆਪਣੇ ਕੀ ਕਰਦੇ ਸੀ, ਇੱਥੇ ਧਰਮ ਸੀਗਾ ਜਿਹੜਾ ਇਹ ਜ਼ਬਰਦਸਤੀ ਕਨਵਰਟ ਕਰਦੇ ਸੀ ਫੋਰਸਲੀ। ਮਤਲਬ ਕੀ ਆ, ਪਹਿਲਾਂ ਆਉਂਦੇ ਇਹਨਾਂ ਨੇ ਇਕੱਲੇ ਮੁਸਲਿਮ ਧਰਮ ਨੂੰ ਟਾਰਗੇਟ ਕਰਿਆ ਸੀਗਾ, ਔਰ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਇੱਥੋਂ ਭੇਤ ਪਾ ਲਿਆ, ਦੈਨ ਇਹਨਾਂ ਨੇ ਹਿੰਦੂਆਂ ਨੂੰ ਵੀ ਟੋਲਰੇਟ ਕਰਨਾ ਸਟਾਰਟ ਕਰਤਾ। ਪਰ ਸਟਾਰਟਿੰਗ ਦੇ ਉੱਤੇ ਇਹਨਾਂ ਦੀ ਨੀਤੀ ਉੱਧਰ ਚੰਗੀ ਸੀਗੀ, ਬਟ ਇਹ ਸਿਰਫ ਮੁਸਲਿਮ ਨੂੰ ਹੀ ਟਾਰਗੇਟ ਕਰ ਰਹੇ ਸੀ ਅਰਬ ਕਰਕੇ। ਪਰ ਇਸ ਤੋਂ ਬਾਅਦ ਇਹਨਾਂ ਨੇ ਹਿੰਦੂਆਂ ਨੂੰ ਵੀ ਨਹੀਂ ਛੱਡਿਆ, ਤਾਂ ਉਹਨਾਂ ਦੇ ਨਾਲ ਵੀ ਇਹਨਾਂ ਦੀ ਮਤਲਬ ਜਿਹੜੀ ਇਹੀ ਸੀ ਪੋਲਿਸੀ ਸਟਾਰਟ ਹੋ ਗਈ, ਓਕੇ। ਹਾਂ, ਹੁਣ ਦੇਖੋ 1579 ਦੇ ਵਿੱਚ, ਯਾਨੀ ਕਿ ਸੈਪਟੰਬਰ 1579 ਦੇ ਵਿੱਚ ਅਕਬਰ ਨੇ ਗੋਆ ਅਥਾਰਟੀ, ਕਿਉਂਕਿ ਗੋਆ ਦੇ ਵਿੱਚ ਰਹਿੰਦੇ ਸੀ, ਤਾਂ ਇਹਨਾਂ ਨੂੰ ਇੱਕ ਕੀ ਕਰਿਆ? ਲੈਟਰ ਲਿਖਿਆ, ਅਤੇ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਸਾਡੇ ਕੋਲ ਆ ਜਿਹੜੇ ਤੁਹਾਡੇ ਨੇ ਪਾਦਰੀ ਹੁੰਦੇ ਆ ਜਾਂ ਪ੍ਰਾਈਸਟ ਹੁੰਦੇ ਆ, ਤੁਸੀਂ ਇਹਨਾਂ ਨੂੰ ਸਾਡੇ ਕੋਲ ਭੇਜੋ। ਤਾਂ ਪੁਰਤਗਾਲੀਆਂ ਨੂੰ ਲੱਗਿਆ ਵੀ ਇਹ ਸਭ ਤੋਂ ਚੰਗਾ ਮੌਕਾ ਹੈਗਾ। ਉਹ ਮੰਨ ਗਏ ਵੀ ਆਪਾਂ ਨਾਲੇ ਤਾਂ ਕਿੰਗ ਨੂੰ ਜਿਹੜਾ ਆਪਣੇ ਇਹਦੇ 'ਚ ਧਰਮ ਦੇ ਵਿੱਚ ਕ੍ਰਿਸਚਨ ਬਣਾ ਲੈਂਦੇ ਹਾਂ, ਜੇ ਕਿੰਗ ਬਣ ਗਿਆ ਦੈਨ ਉਹਦੀ ਸੈਨਾ ਗੀ ਜਿਹੜੀ, ਉਹਨੂੰ ਵੀ ਅਸੀਂ ਆਪਦੇ ਇਹਦੇ ਧਰਮ ਦੇ ਵਿੱਚ ਕਨਵਰਟ ਕਰਵਾ ਲੈਣਾ। ਤਾਂ ਉਹਨਾਂ ਨੇ 2 ਪੂਰੇ ਐਜੂਕੇਟਡ ਭੇਜੇ ਸੀਗੇ, ਅਤੇ ਜਿਨ੍ਹਾਂ ਦੇ ਨਾਮ ਨੇ ਤੁਸੀਂ ਆਹ ਧਿਆਨ ਦੇ ਵਿੱਚ ਰੱਖ ਸਕਦੇ ਹੋ, ਰੋਡੋਲਫੋ ਔਰ ਐਂਟੋਨੀਓ। ਆ ਉਹਨਾਂ ਦੋਨਾਂ ਦੇ ਨੇਮ ਨੇ ਜਿਹੜੇ ਉੱਥੇ ਗਏ, ਠੀਕ ਆ। ਤਾਂ ਇਹ ਗਏ ਕਿੱਥੇ ਸੀ? ਫਤਿਹਪੁਰ ਸੀਕਰੀ। ਤਾਂ ਇਹਨਾਂ ਨੂੰ ਕਾਫੀ ਸਾਰਾ ਮਾਣ ਦਿੱਤਾ ਉਹਨੇ, ਔਰ 1583 ਦੇ ਵਿੱਚ ਵਧੀਆ ਵਾਪਸ ਆ ਗਏ ਇਹ। ਤਾਂ ਇਹਨਾਂ ਨੂੰ ਉਮੀਦ ਸੀਗੀ ਵੀ ਹੋ ਸਕਦਾ ਵੀ ਆਪਣਾ ਕੰਮ ਬਣ ਜੇ, ਓਕੇ। ਤਾਂ ਇਹ 1580 ਦੇ ਵਿੱਚ ਗਏ ਸੀਗੇ, ਔਰ 1583 ਦੇ ਵਿੱਚ ਇਹ ਵਾਪਸ ਆ ਗਏ। ਇੰਨਾ ਟਾਈਮ ਇੱਥੇ ਹੀ ਰਹੇ ਇਹਨਾਂ ਦੇ ਦਰਬਾਰ ਦੇ ਵਿੱਚ। ਔਰ ਫਿਰ ਦੁਬਾਰਾ ਰਾਜੇ ਨੇ ਫੇਰ ਕਿਹਾ 1590 ਤੋਂ 92 ਦੇ ਵਿੱਚ 2 ਫੇਰ ਭੇਜੇ ਗਏ, ਇਹ ਸੈਕੰਡ ਮਿਸ਼ਨ ਸੀ। ਜਦੋਂ ਤੀਸਰੀ ਵਾਰੀ ਫੇਰ ਕਿਹਾ 1595 ਦੇ ਵਿੱਚ, ਤਾਂ ਉਦੋਂ ਕਿੱਥੇ ਬੁਲਾਏ ਗਏ ਸੀ? ਲਾਹੌਰ ਦੇ ਵਿੱਚ।
ਉਦੋਂ ਜਿਹੜੇ ਸੀਗੇ ਨਾਮ ਉਹਨਾਂ ਦੇ ਕਾਫੀ ਵੈਸੇ ਔਖੇ ਜਿਹੇ ਨੇਮ ਨੇ। ਜੀਰੋਮ, ਮੈਂ ਤੁਹਾਨੂੰ ਇਹ ਸ਼ਾਰਟ ਦੇ ਵਿੱਚ ਦੱਸ ਰਿਹਾ, ਇੱਕ ਇਹ ਸੀਗਾ ਅਤੇ ਦੂਸਰਾ ਸੀਗਾ ਐਮੈਨੂਅਲ। ਤਾਂ ਆਹ 2 ਪਰਸਨ ਸੀਗੇ ਜਿਹੜੇ ਕਿ ਇਹ ਤੋਂ ਆਏ ਸੀਗੇ। ਓਕੇ, ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਦੋਂ ਸਲੀਮ ਬਣ ਗਿਆ ਸੀਗਾ ਉਹਨੇ ਵੀ ਆਪਦੇ ਹਿਸਾਬ ਦੇ ਨਾਲ ਮਤਲਬ ਇਹਨਾਂ ਦੇ ਨਾਲ ਡੀਲ ਕੀਤੀ। ਤਾਂ ਉਹਨੇ ਕਹਿਤਾ ਸੀ ਵੀ ਲਾਹੌਰ ਦੇ ਵਿੱਚ ਚਰਚ ਬਣਾ ਲਓ ਤੁਸੀਂ, ਇਹਨਾਂ ਨੂੰ ਅਲਾਓ ਕਰਤਾ ਸੀ ਵੀ ਤੁਸੀਂ ਲਾਹੌਰ ਦੇ ਵਿੱਚ ਜਿਹੜੀ ਆਪਣੀ ਚਰਚ ਆ ਉਹ ਤੁਸੀਂ ਬਣਾ ਸਕਦੇ ਹੋ। ਤਾਂ ਇਹ ਇਹਨਾਂ ਦਾ ਤੁਸੀਂ ਧਿਆਨ ਦੇ ਵਿੱਚ ਰੱਖਣੇ ਸੀ ਪੁਆਇੰਟ। ਬਾਕੀ ਹੁਣ ਆਪਾਂ ਗੱਲ ਕਰੀਏ, ਪਹਿਲਾਂ ਇੱਥੇ ਦੇਖੋ ਤੁਸੀਂ ਵੀ ਜਿਹੜੇ ਪੁਰਤਗਾਲੀ ਸੀ ਇਹਨਾਂ ਨੇ ਆਪਦਾ ਫੇਵਰ ਸੀਗਾ ਜਿਹੜਾ ਉਹ ਮੁਗਲਾਂ ਦੇ ਨਾਲ ਕਿਵੇਂ ਮਤਲਬ ਕਿ ਖੋਤਾ। ਹੁਣ ਦੇਖੋ 1608 ਦੇ ਵਿੱਚ ਕੈਪਟਨ ਵਿਲੀਅਮ ਹੌਕਨ ਆਇਆ। 1608 ਕੈਪਟਨ ਵਿਲੀਅਮ ਹੌਕਿੰਸ ਆਇਆ, ਠੀਕ ਆ। ਅਤੇ ਇਹਦੀ ਜਿਹੜੀ ਸਿਪ ਸੀ, ਸਿਪ ਦਾ ਨੇਮ ਸੀਗਾ ਹੈਕਟਰ। ਓਕੇ, ਤਾਂ ਇਹ ਸੂਰਤ ਆਇਆ ਤਾਂ ਇਹ ਲੈਟਰ ਲੈ ਕੇ ਆਇਆ ਸੀ ਇੰਗਲੈਂਡ ਦੇ ਕਿੰਗ ਜੇਮਸ ਵਨ ਦਾ। ਤਾਂ ਇਹਨੇ ਜਹਾਂਗੀਰ ਨੂੰ ਕੀ ਕੀਤੀ, ਬੇਨਤੀ ਕੀਤੀ ਕਿ ਸਾਨੂੰ ਇੰਡੀਆ ਦੇ ਵਿੱਚ ਇੱਥੇ ਸਾਨੂੰ ਬਿਜ਼ਨਸ ਕਰਨ ਦੀ ਤੁਸੀਂ ਅਲਾਓ ਕਰ ਦਿਓ, ਅਸੀਂ ਇੱਥੇ ਬਿਜ਼ਨਸ ਕਰਨਾ ਚਾਹੁੰਦੇ ਹਾਂ, ਠੀਕ ਆ। ਤਾਂ ਜਿਹੜੇ ਇੱਥੇ ਪਾਦਰੀ ਸੀਗੇ ਆਪਣੇ, ਤਾਂ ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਵੀ ਦਰਬਾਰ ਦੇ ਵਿੱਚ ਇਹ ਨਾ ਹੀ ਜਾਣ, ਤਾਂ ਮਤਲਬ ਸਾਡਾ ਦਬਦਬਾ ਇੱਥੇ ਬਣਿਆ ਰਹੂਗਾ, ਪਰ ਉਹ ਸਾਰੇ ਅਸਫਲ ਹੋ ਗਏ। ਤਾਂ ਮਤਲਬ ਕਿ ਫਾਈਨਲ ਕੀ ਆ ਵੀ ਜਹਾਂਗੀਰ ਨੇ ਇਹਨਾਂ ਨੂੰ ਗ੍ਰੀਨ ਸਿਗਨਲ ਦੇਤਾ, ਭਾਵ ਇਹਨਾਂ ਨੂੰ ਕੀ ਕਰਤਾ, ਅਲਾਓ ਕਰਤਾ ਵੀ ਤੁਸੀਂ ਇੱਥੇ ਬਿਜ਼ਨਸ ਆ ਜਿਹੜਾ ਉਹ ਕਰ ਸਕਦੇ ਹੋ। ਤਾਂ ਹੁਣ ਇਹਦਾ ਕਾਰਨ ਕੀ ਸੀਗਾ, ਕਿਉਂਕਿ ਜਿਹੜਾ ਇਹ ਕੈਪਟਨ ਵਿਲੀਅਮ ਹੌਕਿਨ ਸੀਗਾ ਨਾ, ਇਹਨੂੰ ਟਰਕੀ ਭਾਸ਼ਾ ਆਉਂਦੀ ਸੀ। ਇਹਨੂੰ ਕੀ ਸੀ, ਟਰਕੀ ਭਾਸ਼ਾ ਇਹ ਜਾਣਦਾ ਸੀ। ਤਾਂ ਇਹਨੇ ਬਿਨਾਂ ਕਿਸੇ ਵਿਚੋਲੇ ਦੇ ਸਿੱਧੀ ਗੱਲ ਕਿਹਦੇ ਨਾਲ ਕੀਤੀ, ਜਹਾਂਗੀਰ ਦੇ ਨਾਲ ਕੀਤੀ। ਤਾਂ ਜਹਾਂਗੀਰ ਇਹ ਤੋਂ ਬੜਾ ਖੁਸ਼ ਹੋਇਆ। ਤਾਂ ਉਹਨੇ 1609 ਦੇ ਵਿੱਚ ਜਹਾਂਗੀਰ ਨੇ ਖੁਸ਼ ਹੋ ਕੇ ਇਹਨਾਂ ਨੂੰ ਅਲਾਓ ਕਰਤਾ ਕਿ ਹਾਂ ਵੀ ਤੁਸੀਂ ਇੱਥੇ ਮਨਜ਼ੂਰੀ ਦਿੰਦਾ ਮੈਂ ਤੁਹਾਨੂੰ। ਤਾਂ ਉਹਨੇ ਮਤਲਬ ਮਨਸਬਦਾਰ 400 ਦਾ ਇਹਨੂੰ ਅਪੁਆਇੰਟ ਕਰਤਾ ਔਰ ਇਹਨੂੰ ਸੈਲਰੀ ਦਿੱਤੀ 30,000 ਰੁਪਏ। ਓਕੇ, ਤਾਂ ਇੰਨੀ ਸੈਲਰੀ ਦੇ ਉੱਤੇ ਇਹਨੂੰ ਰੱਖ ਲਿਆ। ਓਕੇ, ਤਾਂ ਜਿਹੜਾ ਹੌਕਿਨ ਸੀਗਾ, ਚਲੋ ਇਹਦੇ ਵਿਆਹ ਤੋਂ ਆਪਾਂ ਕੀ ਕਰਨਾ, ਉਹਨੂੰ ਆਪਾਂ ਇੰਨਾ ਨਹੀਂ ਕਰਦੇ। ਹਾਂ, ਵਿਵਾਦ ਕੀ ਹੋ ਗਿਆ, ਪੁਰਤਗਾਲੀ ਸੀਗੇ ਜਿਹੜੇ ਇੰਗਲਿਸ਼ ਸ਼ਿਪ ਨੂੰ ਰੋਕਣ ਲੱਗੇ ਸੂਰਤ ਤੋਂ, ਠੀਕ ਆ। ਤਾਂ ਹੁਣ ਇਹਨਾਂ ਦੇ ਵਿੱਚ ਡਿਸਪਿਊਟ ਕਿੱਥੇ ਆ ਗਿਆ, ਹੁਣ ਇਹਨਾਂ ਦਾ ਵਿਵਾਦ ਕੀ ਆ। ਹੁਣ ਜਿਹੜੇ ਸੀਗੇ ਪੁਰਤਗਾਲੀ ਕਹਿੰਦੇ ਸੀ ਵੀ ਸਾਡੀ ਬੋਲਬਾਲਾ ਰਹੇ ਇੱਥੇ, ਅਤੇ ਇੱਧਰੋਂ ਆ ਗਏ ਫਿਰ ਉੱਧਰੋਂ ਇੰਗਲਿਸ਼ ਵਾਲੇ, ਮਤਲਬ ਕਿ ਅੰਗਰੇਜ਼ ਬ੍ਰਿਟਸ ਆ ਗਏ। ਤਾਂ ਜਿਹੜੇ ਇਹ ਸੀਗੇ ਸੂਰਤ ਦੇ ਵਿੱਚ ਪੁਰਤਗਾਲੀ, ਇਹਨਾਂ ਦੀਆਂ ਜਿਹੜੀਆਂ ਸਿਪ ਸੀ ਉਹਨਾਂ ਨੂੰ ਰੋਕਣ ਲੱਗ ਗਏ, ਅੰਗਰੇਜ਼ਾਂ ਦੀਆਂ ਸਿਪਸ ਨੂੰ ਰੋਕਣ ਲੱਗ ਗਏ, ਠੀਕ ਆ। ਤਾਂ ਇਹਨੇ ਕਿਹਾ ਵੀ ਮਤਲਬ ਕਿ ਤੁਸੀਂ ਐਵੇਂ ਨਾ ਕਰੋ। ਤਾਂ 1611 ਦੇ ਵਿੱਚ ਦਰਬਾਰ ਛੱਡ ਕੇ ਹੌਕਨ ਵਗ ਗਿਆ। ਤਾਂ ਕਰਕੇ ਇਹਨਾਂ ਦੇ ਵਿਚਾਲੇ ਇੱਥੋਂ ਵਿਵਾਦ ਸਟਾਰਟ ਹੋ ਗਿਆ। ਤਾਂ ਫਿਰ ਨਵੰਬਰ 1612 ਦੇ ਵਿੱਚ ਇਦੋਂ ਬਾਅਦ ਇੱਕ ਇੰਗਲਿਸ਼ ਸ਼ਿਪ ਸੀਗੀ ਡਰੈਗਨ, ਕੈਪਟਨ ਸੀਗਾ ਉਹਦਾ ਵੈਸਟ, ਅਤੇ ਨਾਲ ਉਹਨਾਂ ਦੀ ਇੱਕ ਛੋਟੀ ਸ਼ਿਪ ਵੀ ਸੀ, ਤਾਂ ਹਰਾਏ। ਤਾਂ ਇਹਨੇ ਫੜ ਲਏ। ਜਹਾਂਗੀਰ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਖੁਦ ਦੀ ਨੇਵੀ ਹੈ ਨਹੀਂ ਸੀ ਆਪਣੇ ਕੋਲ। ਤਾਂ ਉਦੋਂ ਫਿਰ ਕੀ ਹੋਇਆ, ਜਦੋਂ ਇੱਕ ਇੰਗਲਿਸ਼ ਸ਼ਿਪ ਸੀਗੀ ਡਰੈਗਨ, ਉਹਦਾ ਕੈਪਟਨ ਸੀ ਬੈਸਟ, ਉਹਨਾਂ ਨੇ ਪੁਰਤਗਾਲੀਆਂ ਨੂੰ ਹਰਾਤਾ। ਤਾਂ ਇਹ ਗੱਲ ਨੂੰ ਦੇਖ ਕੇ ਜਿਹੜਾ ਆਪਣਾ ਜਹਾਂਗੀਰ ਸੀਗਾ ਉਹ ਬਹੁਤ ਖੁਸ਼ ਹੋਇਆ ਕਿ ਕਿਉਂਕਿ ਆਪਣੇ ਕੋਲ ਇੰਡੀਆ ਦੀ ਉਦੋਂ ਨੇਵੀ ਇੰਨੀ ਤਕੜੀ ਸਟਰੋਂਗ ਹੈ ਨਹੀਂ ਸੀਗੀ। ਬਾਕੀ ਇਹਨਾਂ ਦੀ ਜਿਹੜੀ ਪਾਇਰੇਸੀ ਕਰਦੇ ਸੀ ਨਾ, ਇਹ ਕਨਫਲਿਕਟ ਦਾ ਕਾਰਨ ਬਣ ਗਈ ਬਹੁਤ ਵੱਡਾ। ਬਾਕੀ 1613 ਦੇ ਵਿੱਚ ਪੁਰਤਗਾਲੀਆਂ ਦੇ ਉੱਤੇ ਇਲਜ਼ਾਮ ਵੀ ਲੱਗੇ ਵੀ ਇੱਕ ਤਾਂ ਵੀ ਤੁਸੀਂ ਮੁਗਲਾਂ ਦੀ ਸਿਪ ਫੜ ਲੈਂਦੇ ਹੋ, ਦੂਸਰਾ ਮੁਸਲਮਾਨਾਂ ਨੂੰ ਜੇਲ੍ਹਾਂ 'ਚ ਪਾ ਰਹੇ ਹੋ ਤੁਸੀਂ। ਬਾਕੀ ਸੂਰਤ ਦਾ ਇੰਚਾਰਜ ਸੀਗਾ ਜਿਹੜਾ ਮੁਕਰਰਬ ਖਾਨ ਸੀਗਾ, ਤਾਂ ਉਹਨੂੰ ਕਿਹਾ ਜਹਾਂਗੀਰ ਨੇ ਮੁਆਵਜ਼ੇ ਦੇ ਲਈ ਆਰਡਰ ਦਿੱਤਾ ਕਿ ਜਹਾਂਗੀਰ ਨੇ ਕਿ ਸ਼ਾਹਜਹਾਂ ਦੇ ਸਮੇਂ ਦੁਆਰਾ ਮਤਲਬ ਕਿ ਕੋਰਟ 'ਚ ਇੰਜੋਏ ਕਰਨਗੇ, ਬਟ ਕੇਰਾਂ ਇਹਨਾਂ ਨੇ ਇਹਨੂੰ ਉਹ ਕਰਤਾ ਸੀਗਾ ਵੀ ਤੁਸੀਂ ਉਹਨਾਂ ਤੋਂ ਮੁਆਵਜ਼ਾ ਲਓ ਸਾਰਾ ਜਿੰਨਾ ਇਹਨਾਂ ਨੇ ਕੀਤਾ, ਠੀਕ ਆ। ਤਾਂ ਫਿਰ ਦੇਖੋ ਇਹ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਗੱਲ ਕਰਨੀ ਆ ਡਿਕਲਾਈਨ ਦੀ। ਤਾਂ ਵੈਸੇ ਤਾਂ ਡਿਕਲਾਈਨ ਦੇ ਇਹਨਾਂ ਦੇ ਬਹੁਤ ਸਾਰੇ ਕਾਰਨ ਨੇ, ਪਰ ਆਪਾਂ ਦੇਖੀਏ ਵੀ ਇੱਕ ਤਾਂ ਪਾਇਰੇਸੀ ਐਂਡ ਰੋਬਰੀ, ਮਤਲਬ ਕਿ ਆਉਂਦੇ ਜਾਂਦੇ ਦੀ ਲੁੱਟ ਖਸੁੱਟ ਕਰਨੀ। ਤਾਂ ਇਹ ਚੀਜ਼ਾਂ ਇਹ ਕਰਦੇ ਸੀਗੇ 18ਵੀਂ ਸਦੀ ਦੇ ਵਿੱਚ। ਉਦੋਂ ਇੱਕ ਤਾਂ ਮੇਨ ਕਾਰਨ ਇਹਨਾਂ ਦਾ ਇਹ ਸੀਗਾ। ਬਾਕੀ ਸਟਰੋਂਗ ਬੰਸ ਉੱਠ ਖੜੇ, ਜਿਵੇਂ ਕਿ ਮਰਾਠਾ ਇਹਨਾਂ ਦੇ ਨਾਲ ਹੀ ਉੱਠ ਖੜਿਆ ਹੋਇਆ। ਤਾਂ ਉਹਨੇ ਕਾਫੀ ਜਗ੍ਹਾ 1739 ਦੇ ਵਿੱਚ ਕੈਪਚਰ ਕਰ ਲਈ ਸੀਗੀ, ਜਿਵੇਂ ਬਸੀਨ ਹੋ ਗਿਆ ਜਿੱਥੇ ਜਿਹੜੇ ਇਹਨਾਂ ਨੇ ਮਤਲਬ ਪਹਿਲਾਂ ਜਿੱਤੇ ਸੀਗੇ, ਸਲਸੇਟੇ ਹੋ ਗਿਆ। ਤਾਂ ਇਹ ਚੀਜ਼ਾਂ ਨੂੰ ਉਹਨਾਂ ਨੇ ਮਰਾਠਾ ਨੇ ਉੱਠ ਕੇ ਦੁਬਾਰੇ 1739 ਦੇ ਵਿੱਚ ਇੱਕ ਪੂਰੀ ਜੋਸ਼ ਨਾਲ ਉੱਠੇ ਔਰ ਉਹਨਾਂ ਨੇ ਕਾਫੀ ਏਰੀਆ ਕੈਪਚਰ ਕਰਦੇ ਗਏ। ਜੇ ਆਪਾਂ ਦੇਖੀਏ ਵੀ ਬਾਕੀ ਇਜਿਪਟ ਹੋ ਗਿਆ, ਪਰਸੀਆ ਹੋ ਗਿਆ, ਨਾਰਥ ਜਿੱਥੇ ਜਿੱਥੇ ਇਹਨਾਂ ਦੀ ਨਹੀਂ ਬਣਦੀ ਸੀ ਉਹਨਾਂ ਦੇ ਵਿੱਚ ਵੀ ਤਾਕਤਵਰ ਜਿਹੜੀਆਂ ਡਾਇਨੈਸਟੀ ਸੀ, ਵੰਸ਼ ਸੀਗੇ, ਉਹ ਉੱਭਰਨ ਲੱਗੇ।
ਬਾਕੀ ਇਹਨਾਂ ਦੀ ਸਭ ਤੋਂ ਵੱਡੀ ਗੱਲ, ਇਹ ਟ੍ਰੇਡ ਦੇ ਵਿੱਚ ਬੇਈਮਾਨੀ ਕਰਦੇ ਸੀਗੇ ਤਾਂ ਜੋ ਲੋਕਾਂ ਦਾ ਜਿਹੜਾ ਉਹਨਾਂ ਦੇ ਪ੍ਰਤੀ ਰਿਐਕਸ਼ਨ ਹੁੰਦਾ ਸੀਗਾ ਤਾਂ ਉਹ ਸਟਰੋਂਗ ਹੋ ਗਿਆ, ਕਿਉਂਕਿ ਹਰੇਕ ਚਾਹੁੰਦੇ ਸੀ ਵੀ ਮਤਲਬ ਕਿ ਸਾਡੇ ਨਾਲ ਇਹ ਚੰਗੀ ਤਰ੍ਹਾਂ ਟ੍ਰੇਡ ਕਰਨ, ਪਰ ਇਹ ਬੇਈਮਾਨੀ ਨਾਲ ਕਰਦੇ ਸੀ। ਦੇਖੋ ਇੱਕ ਆਪਾਂ ਮੈਪ ਦੇਖਿਆ ਸੀ ਸ਼ੁਰੂ ਤੇ, ਮੈਂ ਤੁਹਾਨੂੰ ਕਿਹਾ ਸੀ ਵੀ ਬ੍ਰਾਜ਼ੀਲ ਬਾਰੇ ਆਪਾਂ ਦੇਖਾਂਗੇ, ਤਾਂ ਜਿਹੜਾ ਸੀਗਾ ਕੈਬਰੀਅਲ ਉਹਨੇ ਬ੍ਰਾਜ਼ੀਲ ਦੀ ਖੋਜ ਕੀਤੀ। ਜਦੋਂ ਇਹਨਾਂ ਨੇ ਬ੍ਰਾਜ਼ੀਲ ਦੀ ਖੋਜ ਕਰਤੀ ਵੈਸਟ ਵਾਲੀ ਸਾਈਡ 'ਤੇ, ਤਾਂ ਇਹਨਾਂ ਦਾ ਅੱਧਾ ਧਿਆਨ ਉੱਧਰਲੇ ਪਾਸੇ ਵੀ ਜਾਣ ਲੱਗ ਗਿਆ। ਠੀਕ ਆ, ਕੈਬਰੀਅਲ ਨੇ ਕੀਤੀ ਸੀ 1500 ਦੇ ਵਿੱਚ ਆਇਆ ਸੀ, 1300 ਜਹਾਜ਼ਾਂ ਦੇ ਬੇੜੇ ਲੈ ਕੇ ਔਰ ਪੁਰਤਗਾਲੀ ਸੀ, ਤਾਂ ਉਹਨੇ ਖੋਜ ਕੀਤੀ ਸੀ ਇਹਦੀ ਬ੍ਰਾਜ਼ੀਲ ਦੀ, ਤਾਂ ਇਹਨਾਂ ਦਾ ਧਿਆਨ ਵੰਡਿਆ ਗਿਆ। ਓਕੇ, ਬਾਕੀ ਭਾਰਤ ਦਾ ਰਸਤਾ ਇਹਨਾਂ ਨੂੰ ਤਾਂ ਐਂ ਸੀ ਵੀ ਸੀਕਰੇਟ ਰਹੂਗਾ, ਪਰ ਇਹਨਾਂ ਦਾ ਰਸਤਾ ਸੀਕਰੇਟ ਨਾ ਰਿਹਾ, ਸੀ ਰੂਟ ਸੀਗਾ ਜਿਹੜਾ। ਇਸ ਤੋਂ ਬਾਅਦ ਇਹ ਨਾਲੇ ਤਾਂ ਪਤਾ ਲੱਗ ਗਿਆ ਡੱਚ ਨੂੰ, ਨਾਲੇ ਪਤਾ ਲੱਗ ਗਿਆ ਬ੍ਰਿਟਸ ਨੂੰ, ਤਾਂ ਫਿਰ ਜਦੋਂ ਉਹ ਦੋਨੋਂ ਵੀ ਆ ਗਏ ਫਿਰ ਇਹਨਾਂ ਦੇ ਵਿਚਾਲੇ ਕੰਪੀਟੀਸ਼ਨ ਵੱਧ ਗਿਆ, ਕਿਉਂਕਿ ਇੰਡੀਆ ਕੋਲੇ ਨੇਵੀ ਨਹੀਂ ਸੀ ਪਰ ਉਹਨਾਂ ਦੇ ਕੋਲ ਤਾਂ ਹੈਗੀਆਂ ਸੀ। ਓਕੇ, ਬਾਕੀ ਵਿਜੇਨਗਰ ਜਦੋਂ ਖਤਮ ਹੋ ਗਿਆ ਇਹ ਤੋਂ ਬਾਅਦ ਗੋਆ ਦੇ ਵਿੱਚ ਵੀ ਉਹ ਗੱਲਬਾਤ ਜੀ ਰਹੀ ਨਹੀਂ। ਠੀਕ ਆ, ਤਾਂ ਇਹ ਸੀਗਾ। ਬਾਕੀ 1683 ਦੇ ਵਿੱਚ ਗੋਆ 'ਤੇ ਹਮਲਾ ਕੀਤਾ ਮਰਾਠਾਜ਼ ਨੇ। ਤਾਂ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਸੀਗੀਆਂ। ਬਾਕੀ ਇਹਦੇ ਨਾਲ ਆਪਣਾ ਅੱਜ ਬਾਕੀ ਇਹਨਾਂ ਦੀ ਜਿਹੜੀ ਕੈਨਨ ਸੀਗੀ ਤਾਂ ਕਰਕੇ ਇਹਨਾਂ ਦੀ ਮੋਨੋਪੋਲੀ ਜਲਦੀ ਹੋ ਗਈ ਸੀ, ਔਰ ਇਹ ਪਹਿਲੀ ਵਾਰ ਸੀ ਦੇ ਰਸਤੇ ਆਏ ਸੀਗੇ। ਇਹਨਾਂ ਦੀ ਨੇਵੀ ਸਟਰੋਂਗ ਸੀ, ਹੋਰ ਕਿਸੇ ਕੋਲ ਇੰਨੀ ਨਵਾਲ ਪਾਵਰ ਹੈ ਨਹੀਂ ਸੀਗੀ, ਅਤੇ ਇਹ ਹਾਰੇ ਸੀਗੇ 1612 ਦੇ ਵਿੱਚ, ਸੂਰਤ ਇੰਗਲਿਸ਼ ਨੂੰ ਹਾਰ ਗਏ ਸੀਗੇ। ਤਾਂ ਇਹ ਤੁਸੀਂ ਪੁਰਤਗਾਲੀਆਂ ਦੇ ਬਾਰੇ ਪੁਆਇੰਟ ਸੀਗੇ ਜਿਹੜੇ ਧਿਆਨ ਦੇ ਵਿੱਚ ਰੱਖਣੇ ਸੀ। ਤਾਂ ਬੱਚੇ ਦੇਖੋ ਆਪਾਂ ਇਹਨਾਂ ਦਾ ਆਪਣਾ ਯੂਰਪੀ ਲੋਕਾਂ ਦਾ ਭਾਰਤ ਦੇ ਵਿੱਚ ਆਗਮਨ ਜਿਹੜਾ ਉਹ ਟੌਪਿਕ ਆਪਣਾ ਚੱਲ ਰਿਹਾ ਗਾ, ਔਰ ਇਹਦੇ ਵਿੱਚੋਂ ਆਪਣੀਆਂ ਤਕਰੀਬਨ ਇਹ ਦੂਸਰੀ ਕਲਾਸ ਸੀਗੀ ਅੱਜ। ਹਰ ਐਗਜ਼ਾਮ ਦੇ ਲਈ ਤੁਹਾਡੇ ਲਈ ਮਤਲਬ ਕਿ ਬੈਨੀਫੀਸ਼ੀਅਲ ਰਹੂਗੀ ਇਹ ਵਾਲੀ ਕਲਾਸ, ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨੀ ਆ। ਅਗਰ ਤੁਹਾਨੂੰ ਕੰਟੈਂਟ ਕਲਾਸ ਪਸੰਦ ਆਈ ਦੈਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਔਰ ਬੈਲ ਨੋਟੀਫਿਕੇਸ਼ਨ ਵੀ ਔਨ ਕਰ ਲੈਣਾ। ਵੀਡੀਓ ਨੂੰ ਚੱਲਦੀ ਦੌਰਾਨ ਲਾਈਕ ਕਰਕੇ ਕਮੈਂਟ ਨਾਲ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ, ਤਾਂ ਜੋ ਜਿਹੜੇ ਬੱਚੇ ਨਵੇਂ ਜੁੜਦੇ ਆ ਉਹਨਾਂ ਨੂੰ ਤੁਹਾਡਾ ਫੀਡਬੈਕ ਪਤਾ ਲੱਗੇ ਕਿ ਤੁਹਾਨੂੰ ਕਲਾਸ ਦੇ ਵਿੱਚ ਕੀ ਕੁਝ ਕਿਵੇਂ ਦਾ ਕਰਵਾਇਆ ਜਾ ਰਿਹਾ। ਤਾਂ ਬੱਚੇ ਪਲੀਜ਼ ਆਪਣਾ ਫੀਡਬੈਕ ਜ਼ਰੂਰ ਦਿਓ। ਇਹ ਨਹੀਂ ਹੁੰਦਾ ਵੀ ਤੁਸੀਂ ਹਮੇਸ਼ਾ ਪੋਜ਼ਿਟਿਵ ਹੀ ਕਹਿਣਾ। ਅਗਰ ਤੁਹਾਨੂੰ ਕੋਈ ਲੱਗਦੀ ਆ ਕਮੀ ਲੱਗਦੀ ਆ ਵੀ ਆਹ ਚੀਜ਼ ਐਵੇਂ ਸਹੀ ਨਹੀਂ ਹੈਗੀ, ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਬੱਚੇ, ਤਾਂ ਅਸੀਂ ਉਹਨੂੰ ਅੱਗੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।